ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸੋ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। 8 ਮਹੀਨੇ ਦੇ ਬੱਚੇ ਦੀ ਜਾਨ ਬਚ ਸਕਦੀ ਹੈ ਜੇਕਰ ਤੁਸੀਂ ਮਦਦ ਕਰੋਗੇ, ਕਿਉਂਕਿ ਇਹ ਬੱਚਾ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ ਤੇ ਪੇਟ ਦੇ ਅੰਦਰ ਵੱਡੇ ਜ਼ਖਮ ਹਨ, ਪਰ ਗਰੀਬ ਪਰਿਵਾਰ ਇਸ ਦਾ ਇਲਾਜ ਨਹੀਂ ਕਰਵਾ ਸਕਦਾ। ਇਸੇ ਕਰਕੇ ਇਹ ਪਰਿਵਾਰ ਆਪਣੇ ਜਿਗਰ ਦੇ ਟੋਟੇ ਨੂੰ ਬੁੱਕਲ ਵਿੱਚ ਲੈ ਕੇ ਮਦਦ ਦੀ ਗੁਹਾਰ ਲਗਾਈ ਬੈਠਾ ਹੈ। ਜੇ ਕੋਈ ਵੀ ਦਾਨੀ ਸੱਜਣ ਇਹ ਅਪੀਲ ਸੁਣਦਾ ਹੈ ਤਾਂ ਉਹ ਤਰਨਤਾਰਨ ਦੇ ਅਧੀਨ ਆਉਂਦੇ ਪੱਟੀ ਖੇਤਰ ਦੇ ਪਿੰਡ ਸਬਰਾ ਪਹੁੰਚੇ ਤੇ ਮਦਦ ਕਰੇ। ਇਸ ਬੱਚੇ ਦੇ ਇਲਾਜ ਯਾਨੀ ਕਿ ਆਪਰੇਸ਼ਨ ਤੇ 4 ਲੱਖ ਤੋਂ ਵੱਧ ਦਾ ਖਰਚਾ ਆਣਾ ਹੈ, ਪਰ ਇੰਨਾ ਖਰਚਾ ਕਰਨਾ ਇਸ ਪਰਿਵਾਰ ਦੇ ਵੱਸ ਦਾ ਨਹੀਂ ਹੈ। ਅਸੀਂ ਸਟੂਡੀਓ ਦਾ ਹੈਲਪਲਾਈਨ ਨੰਬਰ ਪਾ ਰਹੇ ਹਾਂ, ਜਿਸ ਨੇ ਵੀ ਮਦਦ ਕਰਨੀ ਹੈ ਉਹ ਸਾਡੇ ਨੰਬਰ ਤੇ ਜ਼ਰੂਰ ਸੰਪਰਕ ਕਰੇ। ਬਰਗਾੜੀ ਮਾਮਲੇ ਵਿੱਚ ਅੱਜ ਜੱਜ ਨੇ ਜਾਂਚ ਰਿਪੋਰਟ ਨੂੰ ਖਾਰਜ ਕੀਤਾ ਹੈ ਕਿ ਚਾਰੇ ਪਾਸੇ ਤੂਫਾਨ ਮਚ ਗਿਆ। ਖਾਸ ਕਰਕੇ ਸਿਆਸੀ ਗਲਿਆਰਿਆਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਜਾਂਚ ਦੇ ਮੁਖੀ ਸਨ, ਪਰ ਉਹਨਾਂ ਨੇ ਅਸਤੀਫਾ ਦੇ ਦਿੱਤਾ। ਦੂਜੇ ਪਾਸੇ ਨਵਜੋਤ ਸਿੱਧੂ ਨੇ ਨਸ਼ੇ ਦੇ ਮਾਮਲੇ 'ਚ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਇਸ ਸਾਰੇ ਮਾਮਲੇ ਤੇ ਬੋਲਦਿਆਂ ਭਾਜਪਾ ਨੇਤਾ ਤਰੁਣ ਚੁੱਗ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਹੁਕਮ ਕਰਨੀ ਨੀਂਦ ਤੋਂ ਜਾਗੇ ਹਨ, ਪਹਿਲਾਂ ਉਹ ਕਿਉਂ ਨਾ ਜਾਗੇ, ਜਦਕਿ ਸਭ ਨੂੰ ਪਤਾ ਹੈ ਕਿ ਚੋਣਾਂ ਨੇੜੇ ਹਨ। ਇਸ ਲਈ ਹੁਣ ਇਹ ਲੋਕੀ ਮਿਲ ਕੇ ਸਿਆਸਤ ਕਰ ਰਹੇ ਹਨ। 50 ਮਹੀਨੇ ਦਾ ਸੱਤਾ ਸੁੱਖ ਭੋਗਣ ਤੋਂ ਬਾਅਦ ਸਰਕਾਰੀ ਗੱਡੀਆਂ, ਕੋਠੀ, ਪੀਏ, ਓਐਸਡੀ ਔਰੀ ਸੁੱਖ ਤੋਂ ਬਾਅਦ ਕੁੰਭਕਰਨ ਦੀ ਨੀਂਦ ਤੋਂ ਸਾਡੇ ਸਿੱਧੂ ਸਾਹਿਬ ਜਾਗੇ। ਚਲੋ ਜਾਗੇ ਤੇ ਸਹੀ। ਪੰਜਾਬ ਦੀ ਜਨਤਾ ਨੂੰ ਗੁੰਮਰਾਹ ਨਾ ਕਰੋ। ਸਿੱਧੂ ਸਾਹਿਬ, ਤੁਹਾਡੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਠਿੰਡੇ 'ਚ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ। ਸ਼ਾਇਦ ਉਸ ਵੇਲੇ 2016 'ਚ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਗਏ ਸੀ। ਤੁਹਾਡੀ ਸ਼੍ਰੀਮਤੀ ਉਸ ਵੇਲੇ ਪੰਜਾਬ ਦੀ ਸੀਪੀਐਸ ਸਨ। ਭੁੱਲ ਨਾ ਗਿਆ ਹੋਵੇ ਮੈਂ ਥੋੜਾ ਯਾਦ ਕਰਾਦਾ। 4 ਹਫ਼ਤੇ 'ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ, ਬੇਦਬੀ ਦੇ ਦੋਸ਼ੀਆਂ ਨੂੰ ਅੰਦਰ ਕਰਨ ਦੀ ਗੱਲ ਕੀਤੀ, ਬੜੀਆਂ ਗੱਲਾਂ ਕੀਤੀਆਂ, ਲੇਕਿਨ ਇੱਕ ਵੀ ਪੂਰੀ ਨਹੀਂ ਹੋਈ। 4 ਹਫ਼ਤੇ ਗਏ ਸੀ, 4 ਸਾਲ, 50 ਹਫ਼ਤੇ ਬੀਤ ਗਏ। ਸਿੱਧੂ ਸਾਹਿਬ, ਆਪਾਂ ਅੱਜ ਕਿਉਂ ਬੋਲੇ? 50 ਹਫ਼ਤਿਆਂ ਬਾਅਦ ਕਿਉਂ ਬੋਲੇ ਆ? ਜੇ ਠੱਗਿਆ ਮਹਿਸੂਸ ਕਰ ਰਹੀ ਹੈ, ਤੁਸੀਂ ਕਹਿ ਰਹੇ ਹੋ ਪੰਜਾਬ ਦੀ ਜਨਤਾ, ਤਾਂ ਠੱਗਿਆ ਕਿੰਨੇ ਹੈ? ਤੁਸੀਂ ਕਹਿ ਰਹੇ ਹੋ ਠੱਗਿਆ ਮਹਿਸੂਸ ਹੋ ਰਹੀ ਪੰਜਾਬ, ਠੱਗਿਆ ਕਿੰਨੇ ਕਾਫੀ ਵਿਦ ਕੈਪਟਨ 'ਚ ਜਾਂ ਬਠਿੰਡੇ ਦੀ ਰੈਲੀ 'ਚ ਖੜੇ ਹੋ ਕੇ ਕਿਹਾ ਸੀ? ਕਿਉਂ ਨਹੀਂ ਨਾਂ ਲੈਂਦੇ? ਤੂੰ ਕਹਿੰਦੇ ਇਨਸਾਫ ਉਡੀਕਿਆ ਜਾ ਰਿਹਾ। ਇਨਸਾਫ ਦੇਣਾ ਕਿੰਨੇ ਸੀ? ਅੱਖੀਆਂ ਉਡੀਕਦੀਆਂ, ਲੇਕਿਨ ਅੱਖੀਆਂ ਰੋਕੀਆਂ ਕਿੰਨੇ ਨੇ? ਉਹ ਤੁਹਾਡੇ ਹੀ ਚੀਫ ਮਿਨਿਸਟਰ ਸਾਹਿਬ ਨੇ। ਤੁਸੀਂ ਕਹਿੰਦੇ ਸਿਸਟਮ ਨਾਲ ਲੜਾਈ। ਸਿਸਟਮ ਰਨ ਕੌਣ ਕਰ ਰਿਹਾ? ਸਿੱਧੂ ਸਾਹਿਬ, ਕੈਪਟਨ ਸਾਹਿਬ ਰਨ ਕਰ ਰਹੇ ਸਿਸਟਮ। ਜੇ ਤੁਹਾਡੀ ਲੜਾਈ ਸਿਸਟਮ ਨਾਲ ਹੈ ਤਾਂ ਸਿਸਟਮ ਕੌਣ ਰਨ ਕਰ ਰਿਹਾ ਹੈ? ਦੋ ਗੱਲਾਂ ਨਹੀਂ ਹੋ ਸਕਦੀਆਂ। ਦੋਹਰਾ ਚਿਹਰਾ, ਦੋਹਰਾ ਚਰਿੱਤਰ ਨਹੀਂ ਚੱਲੇਗਾ। ਅੰਮ੍ਰਿਤਸਰ ਵਿੱਚ ਅੱਜ ਪੰਜਾਬੀ ਗਾਇਕਾ ਤੇ ਅਦਾਕਾਰਾ ਸੋਨੀਆ ਮਾਨ ਅੱਜ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ ਹੈ, ਕਿਉਂਕਿ ਅਦਾਕਾਰੀ ਦੇ ਨਾਲ-ਨਾਲ ਸੋਨੀਆ ਮਾਨ ਨੇ ਕਿਸਾਨੀ ਸੰਘਰਸ਼ ਵਿੱਚ ਵੀ ਪੂਰਾ ਯੋਗਦਾਨ ਪਾਇਆ ਹੈ। ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਕੇਂਦਰ ਸਰਕਾਰ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਰੋਨਾ ਦਾ ਵਾਸਤਾ ਦੇ ਕੇ ਲੋਕਡਾਊਨ ਦੀ ਸਥਿਤੀ ਕਰ ਦਿੱਤੀ ਹੈ। ਉਸ ਸਮੇਂ ਕਰੋਨਾ ਕਿੱਥੇ ਸੀ ਜਿਸ ਸਮੇਂ ਉਹਨਾਂ ਨੇ ਆਪਣੀ ਪੋਤੀ ਦਾ ਵਿਆਹ ਕਰਕੇ ਇਕੱਠ ਕੀਤਾ ਸੀ, ਤੇ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਕਿਸਾਨੀ ਅੰਦੋਲਨ ਚੱਲੇਗਾ ਉਨਾ ਚਿਰ ਉਹ ਨਾਲ ਖੜੀ ਰਹੇਗੀ। ਸੋਨੀਆ ਮੈਨੂੰ ਬਾਰ-ਬਾਰ ਕਾਮਰੇਡ ਕਿਹਾ ਜਾਂਦਾ ਆ, ਜਿਸ ਤਰੀਕੇ ਨਾਲ ਮੇਰੇ ਮਾਸਟਰ ਜੀ ਨੇ ਵੀ ਐਕਸਪਲੇਨ ਕੀਤਾ ਕਾਮਰੇਡ ਸ਼ਬਦ ਦੇ ਬਾਰੇ। ਠੀਕ ਆ, ਕਾਮਰੇਡ ਹਾਂ, ਤੇ ਇਹ ਵਿਚਾਰਧਾਰਾ ਹੁੰਦੀ ਆ, ਬਟ ਆਪਾਂ ਇੱਕ ਸਿੱਖੀ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਸਿੱਖੀ ਸਰੂਪ ਨੂੰ ਬਿਲੋਂਗ ਕਰਦੇ ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਠੀਕ ਆ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੀ ਲਿਖਿਆ ਸਾਰੇ ਧਰਮਾਂ ਦੀ ਇੱਜ਼ਤ ਕਰੋ, ਸਾਰਿਆਂ ਦੀ ਰਿਸਪੈਕਟ ਕਰੋ, ਜੋ ਮੇਰੇ ਫਾਦਰ ਸਾਹਿਬ ਨੇ ਆਖਰੀ ਚਿੱਠੀ ਦੇ ਵਿੱਚ ਵੀ ਮੈਨੂੰ ਦੱਸਿਆ ਸੀਗਾ। ਨਾ ਹਿੰਦੂ ਬਣੀ, ਨਾ ਮੁਸਲਿਮ ਬਣੀ, ਨਾ ਸਿੱਖ ਬਣੀ, ਸਭ ਤੋਂ ਉੱਠ ਕੇ ਕਿ ਇਨਸਾਨ ਬਣਨ ਦੀ ਕੋਸ਼ਿਸ਼ ਕਰੀ। ਠੀਕ ਹੈ, ਔਰ ਬਹੁਤ ਸਾਰੀਆਂ ਗੱਲਾਂ ਇਹ ਵੀ ਕੀਤੀਆਂ ਜਾਂਦੀਆਂ ਨੇ ਕਿ ਅੱਛਾ ਤੇਰੇ ਫਾਦਰ ਸਾਹਿਬ ਨੂੰ ਖਾਲਿਸਤਾਨੀਆਂ ਨੇ ਮਾਰਿਆ ਸੀਗਾ। ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਖਾਲਿਸ ਮਤਲਬ ਪਿਓਰ, ਖਾਲਿਸ ਮਤਲਬ ਪਿਓਰਿਟੀ ਦੀ ਗੱਲ ਕੀਤੀ ਜਾਂਦੀ ਆ, ਬਟ ਇਹਨਾਂ ਲੋਕਾਂ ਨੇ ਖਾਲਿਸਤਾਨ ਦਾ ਜਿਹੜਾ ਨਾਮ ਆ ਨਾ ਉਹ ਹੀ ਬਦਨਾਮ ਕਰ ਦਿੱਤਾ। ਇੰਨੀ ਗੰਦੀ ਸ਼ਬਦਾਵਲੀ ਯੂਜ਼ ਕਰਕੇ, ਇੰਨਾ ਗੰਦਾ ਬੋਲ ਕੇ। ਮੈਂ ਕਹਿੰਦੀ ਹਾਂ ਸੰਤਾਂ ਦੀ ਜਿਹੜੀ ਸੋਚ ਸੀਗੀ ਜਾਂ ਸੰਤਾਂ ਦੇ ਬਾਰੇ ਜੋ ਸੀਗਾ, ਉਹ ਮੈਨੂੰ ਲੱਗਦਾ ਮੇਰੇ ਮਾਸਟਰ ਜੀ ਤੋਂ ਜ਼ਿਆਦਾ ਤੇ ਕੋਈ ਨਹੀਂ ਜਾਣ ਸਕਦਾ ਹੋਣਾ, ਕਿਉਂਕਿ ਮੇਜਰ ਜਨਰਲ ਸ਼ਵੇਕ ਸਿੰਘ ਉਹਨਾਂ ਦੇ ਨਾਲ ਸੀਗੇ। ਉਹ ਸੰਤ ਸੀਗੇ ਜਿਹੜੇ ਲੋਕਾਂ ਦੀ ਇੱਜ਼ਤ, ਲੋਕਾਂ ਦੀਆਂ ਧੀਆਂ ਦੀ ਇੱਜ਼ਤ ਬਚਾਉਂਦੇ ਸੀਗੇ, ਉਹਨਾਂ ਦੇ ਸਰਕਾਰ ਦੇ ਖਿਲਾਫ ਲੜਦੇ ਸੀਗੇ, ਉਹਨਾਂ ਨੂੰ ਵੀ ਸਰਕਾਰਾਂ ਦੀਆਂ ਏਜੰਸੀਆਂ
ਬੱਚਿਆਂ ਨੇ ਮਰਵਾਇਆ ਸੀਗਾ ਉਸ ਟਾਈਮ ਦੇ ਉੱਤੇ। ਇਸੇ ਤਰੀਕੇ ਦੇ ਨਾਲ ਭਾਵੇਂ ਕਾਮਰੇਡ ਹੋਣ, ਭਾਵੇਂ ਆਪਣੇ ਗੁਰੂ ਦੇ ਸਿੱਖ ਹੋਣ, ਭਾਵੇਂ ਉਗਰਾਹਾਂ ਹੋਵੇ, ਜਿੰਨੇ ਵੀ ਲੋਕੀ ਲੋਕ ਹਿੱਤ ਵਿੱਚ ਲੜਦੇ ਨੇ, ਅੱਗੇ ਆਉਂਦੇ ਨੇ, ਇਮਾਨਦਾਰੀ ਦੀ ਲੜਾਈ ਲੜਦੇ ਨੇ, ਲੋਕਾਂ ਦੀਆਂ ਧੀਆਂ ਦੀ ਇੱਜ਼ਤ ਦੀ ਰਖਵਾਲੀ ਕਰਦੇ ਨੇ, ਉਹਨਾਂ ਨੂੰ ਇਹ ਸਰਕਾਰ ਦੀਆਂ ਏਜੰਸੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕਰ ਦਿੰਦੀਆਂ ਨੇ, ਕਿਉਂਕਿ ਇਹ ਉਹਨਾਂ ਵਾਸਤੇ ਖਤਰਾ ਹੁੰਦੇ ਨੇ। ਸੋ ਸਾਨੂੰ ਇਸ ਟਾਈਮ ਦੇ ਉੱਤੇ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਬਹੁਤ ਸਾਰੀਆਂ ਗਲਤ ਫਹਿਮੀਆਂ ਫੈਲਾਈ ਜਾ ਰਹੀਆਂ ਆ ਸਰਕਾਰ ਵੱਲੋਂ। ਬੀਜੇਪੀ ਦੇ ਇੱਕ ਨੇਤਾ ਨੂੰ ਪਿੱਛੇ ਜੇ ਕੁੱਟਿਆ ਮਾਰਿਆ ਸੀਗਾ, ਉਹਦੇ ਬਾਰੇ ਵੀ ਇਹੀ ਦੱਸਣਾ ਚਾਹੁੰਦੀ ਹਾਂ। ਬਹੁਤ ਸਾਰੇ RSS ਦੇ ਬੰਦੇ ਸ਼ਹਿਰਾਂ ਦੇ ਵਿੱਚ ਜਾ ਕੇ ਗਲਤ ਫਹਿਮੀਆਂ ਫੈਲਾ ਰਹੇ ਨੇ ਕਿ ਹਿੰਦੂ ਸਿੱਖ ਦਾ ਮੁੱਦਾ ਬਣਾ ਰਹੇ ਨੇ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਹਾਂ। ਇਹ ਸਿਰਫ ਕਿਸਾਨੀ ਝੰਡੇ ਦੀ ਲੜਾਈ ਹੈ, ਨਾ ਕਿਸੇ ਹਿੰਦੂ ਭਰਾ ਦੀ, ਨਾ ਕਿਸੇ ਮੁਸਲਿਮ ਭਰਾ ਦੀ, ਨਾ ਕਿਸੇ ਸਿੱਖ ਭਰਾ ਦੀ। ਅਸੀਂ ਸਾਰੇ ਇੱਕ ਹਾਂ, ਅਸੀਂ ਹਮੇਸ਼ਾ ਹੀ ਇੱਕ ਰਵਾਂਗੇ। ਰੂਪਨਗਰ ਜ਼ਿਲ੍ਹੇ ਦੇ ਪਿੰਡ ਚੱਕ ਢੇਰਾਂ ਵਿੱਚ ਪੁਰਾਣੇ ਚੱਲਦੇ ਆ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਸ ਵਿੱਚ ਚੇਰੇ ਭਰਾ ਭਿੜ ਗਏ। ਦੇਖਦੇ ਹੀ ਦੇਖਦੇ ਵਿਵਾਦ ਇਸ ਕਦਰ ਵੱਧ ਗਿਆ ਕਿ ਦੋਵੇਂ ਧਿਰਾਂ ਵੱਲੋਂ ਹਥਿਆਰ ਤੱਕ ਕੱਢ ਲਏ ਗਏ। ਇਸ ਝਗੜੇ ਦੌਰਾਨ ਦੋਵੇਂ ਧਿਰਾਂ ਦੇ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰੂਪਨਗਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਠੀਕ ਹੈ ਜੀ, ਜੇ ਅਗਰ ਇਹਨਾਂ ਦੇ ਕੋਲ ਕੋਈ ਕਾਗਜ਼ ਹੈਗਾ, ਇਹਨਾਂ ਦੇ ਹੱਕ ਤੇ ਬੋਲਦਾ ਹੈ, ਤਾਂ ਕਾਨੂੰਨ ਦੇ ਥਰੂ ਸਾਡੇ ਕੋਲ ਤੇ ਜਦ ਮਰਜ਼ੀ ਇਹ ਆਪਣਾ ਹੱਕ ਲੈ ਸਕਦੇ ਆ ਜੀ। ਨਹੀਂ ਸਾਡੇ ਕੋਲ ਕਾਗਜ਼ ਹੈਗੇ ਜੀ, ਸਾਡੇ ਕੋਲ ਦੇਖੋ ਕਿ ਜਿਹੜਾ ਵੀ ਸੱਚਾ ਬੰਦਾ ਹੈ ਤੁਸੀਂ ਉਹਦੇ ਵਾਸਤੇ ਇਨਸਾਫ ਕਰ ਦਿਓ। ਵਾਲੇ ਕਹਿਣਾ ਜੀ ਪੁਲਿਸ ਦੋ ਵਾਰੀ ਘਰ ਜਾਈ, ਕਹਿੰਦੇ ਸਾਨੂੰ ਅਸਲਾ ਦਿਓ। ਮੇਰੀ ਵਾਈਫ ਹੈ ਘਰ ਇਕੱਲੀ ਤੇ ਮੇਰੇ ਡੈਡੀ ਜੀ ਵੀ ਹੈ ਘਰ, ਤੇ ਉਹਨਾਂ ਨੂੰ ਜਾ ਕੇ ਧਮਕੀਆਂ ਮਾਰਦੇ ਵੀ ਸਾਨੂੰ ਅਸਲਾ ਦਿਓ, ਨਹੀਂ ਤਾਂ ਤੁਹਾਡੇ 'ਤੇ ਕਾਰਵਾਈ ਹੋਊਗੀ। ਜਦੋਂ ਆਪਾਂ ਅਸਲਾ ਚਲਾਇਆ ਨਹੀਂ ਹੈਗਾ, ਅਗਰ ਅਸਲਾ ਚਲਾਇਆ ਹੋਊਗਾ ਜਿੱਥੇ ਮਰਜ਼ੀ ਮੇਰਾ ਅਸਲਾ ਚੈੱਕ ਕਰਾ ਲਓ, ਮੈਂ ਕੋਰਟ ਮੂਹਰੇ ਸਿਲੰਡਰ ਕਰ ਦੂੰਗਾ ਅਸਲੇ ਦਾ। ਜ਼ਿਲ੍ਹਾ ਰੂਪਨਗਰ ਨਾਲ ਲੱਗਦੇ ਪਿੰਡ ਖੈਰਾਬਾਦ ਦੇ ਵਿੱਚ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਨਾ ਮਿਲਣ ਨੂੰ ਲੈ ਕੇ ਗੁੱਸੇ ਵਿੱਚ ਆਏ ਲੋਕਾਂ ਨੇ ਆਪਣੀ ਪਾਣੀ ਦੀ ਟੈਂਕੀ ਦੇ ਬਾਹਰ ਸਰਕਾਰ ਅਤੇ ਪੰਚਾਇਤ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਦੱਸਿਆ ਕਿ ਤਪਦੀ ਗਰਮੀ ਦੇ ਵਿੱਚ ਜਿੱਥੇ ਪਾਣੀ ਤੋਂ ਬਿਨਾਂ ਜ਼ਿੰਦਗੀ ਕੱਟੀ ਹੀ ਨਹੀਂ ਜਾ ਸਕਦੀ, ਉੱਥੇ ਉਹਨਾਂ ਨੂੰ ਲਗਾਤਾਰ 3 ਦਿਨਾਂ ਤੋਂ ਪੀਣ ਦਾ ਪਾਣੀ ਨਹੀਂ ਮਿਲ ਰਿਹਾ। ਸਰਕਾਰ ਅਤੇ ਪੰਚਾਇਤ ਖਿਲਾਫ ਨਾਅਰੇਬਾਜ਼ੀ ਕਰ ਰਹੇ ਇਹ ਲੋਕ ਜ਼ਿਲ੍ਹਾ ਰੂਪਨਗਰ ਦੇ ਪਿੰਡ ਖੈਰਾਬਾਦ ਦੇ ਹਨ, ਜੋ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਕਰਕੇ ਪਰੇਸ਼ਾਨ ਹਨ ਤੇ ਪਾਣੀ ਦੀ ਟੈਂਕੀ ਦੇ ਸਾਹਮਣੇ ਪੰਚਾਇਤ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। ਪੀਣ ਦੇ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਇਹਨਾਂ ਲੋਕਾਂ ਨੂੰ ਕੀ ਕੁਝ ਦਿੱਕਤਾਂ ਆਈਆਂ, ਲੋ ਤੁਸੀਂ ਵੀ ਸੁਣੋ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਮਹਿੰਦਰ ਸਿੰਘ ਹੈ ਜੀ। ਕਿੱਦਾਂ ਦੀ ਦਿੱਕਤ ਹੈ ਜੀ, ਪ੍ਰੋਬਲਮ ਕੀ ਹੈ? ਸਾਨੂੰ ਦਿੱਕਤ ਇਹ ਹੈ ਕਿ ਪੀਣ ਵਾਲੇ ਪਾਣੀ ਦੀ ਬਹੁਤ ਦਿੱਕਤ ਆ। ਅਸੀਂ ਪਿੰਡ ਸਾਡਾ ਖੈਰਾਬਾਦ ਦਾ ਪੈਂਦਾ, ਲੇਕਿਨ ਖੈਰਾਬਾਦ ਪਿੰਡਾਂ ਦੀ ਕਲੋਨੀ ਕੱਟੀ ਆ। ਕਲੋਨੀ ਵਿੱਚ ਅਸੀਂ ਰਹਿੰਦੇ, ਜਿੰਨੇ ਕਲੋਨੀ ਵਾਸੀ ਵਾਲੇ ਬੰਦੇ ਆ ਉਹਨਾਂ ਨੂੰ ਪਾਣੀ ਦਾ ਕੋਈ ਬੰਦੋਬਸਤ ਨਹੀਂ ਹੈ, ਨਾ ਹੀ ਕੋਈ ਇਹਦਾ ਜਿਵੇਂ ਵੀ ਯੂਜ ਪਾਣੀ ਆ ਉਹਦਾ ਨਿਕਲਣ ਦਾ ਕੋਈ ਬੰਦੋਬਸਤ ਹੈ। ਜਦੋਂ ਪਲਾਟ ਖਰੀਦਦੇ ਸੀ ਉਦੋਂ ਕਲੋਨਾਈਜ਼ਰ ਨੇ ਤੁਹਾਨੂੰ ਦੱਸਿਆ ਨਹੀਂ ਵੀ ਪਾਣੀ ਦਾ ਪ੍ਰਬੰਧ ਕਿੱਥੋਂ ਕਰੂਗਾ? ਉਦੋਂ ਤਾਂ ਕਹਿੰਦੇ ਸੀ ਦਵਾਂਗੇ, ਬਾਅਦ ਚ ਮੁੜ ਕੇ ਫਿਰ ਉਹ ਵੇਚ ਕੇ ਨਿਕਲ ਗਏ, ਮੁੜ ਕੇ ਕਿਸੇ ਨੇ ਕੋਈ ਬੰਦੋਬਸਤ ਨਹੀਂ ਕੀਤਾ, ਨਾ ਕੋਈ ਸੁਣਦਾ ਸਾਡੀ ਕਿਸੇ ਗੱਲ। ਪਿੰਡ ਦੀਆਂ ਵੋਟਾਂ ਸਾਡੀਆਂ ਇੱਥੇ ਬਣਦੀਆਂ, ਸਰਪੰਚੀ ਅਸੀਂ ਆਪ ਚੁਣਦੇ, ਵੋਟਾਂ ਅਸੀਂ ਖੁਦ ਇੱਥੇ ਪਿੰਡ ਦੇ ਪਾਉਂਦੇ ਹਾਂ ਜੀ। SGPC ਦਾ ਮੁੱਖ ਮਕਸਦ ਹੈ ਕਿ ਦੁਨੀਆ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ ਆਉਣ, ਜੋ ਅਸੀਂ ਧਾਰਮਿਕ ਤੌਰ ਤੇ ਮਜ਼ਬੂਤ ਹੋ ਸਕੀਏ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਨੇ ਕੀਤਾ। ਉਹਨਾਂ ਕੁੰਵਰ ਵਿਜੇ ਪ੍ਰਤਾਪ ਮਾਮਲੇ ਦੇ ਵੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਸਾਨਾਂ ਬਾਰੇ ਬੋਲਦਿਆਂ ਕਿਹਾ ਕਿ ਟੈਂਟਾਂ ਤੇ ਹਮਲੇ ਕਰਨਾ ਮੰਦਭਾਗਾ ਹੈ। ਮੀਡੀਆ ਜ਼ਿਆਦਾ ਡਰਾਉਂਦਾ ਹੈਗਾ, ਮੇਰੇ ਖਿਆਲ ਸਰਕਾਰ ਨਾਲੋਂ ਜ਼ਿਆਦਾ ਤੁਹਾਡਾ ਮੀਡੀਆ ਡਰਾਉਂਦਾ। ਪਤਾ ਨਹੀਂ, ਜਦੋਂ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਤੁਹਾਡੇ ਅਖਬਾਰ ਪੜ੍ਹੀਦੇ ਆ ਤੇ ਟੀਵੀ ਦੇਖੀਦਾ, ਉਦੋਂ ਲੱਗਦਾ ਕਿ ਹਿੰਦੁਸਤਾਨ 'ਚ ਬਚਣਾ ਹੀ ਕਿਸੇ ਨੇ। ਸਾਨੂੰ ਸਰਕਾਰ ਜੋ ਰਿਪੋਰਟਾਂ ਦਿੰਦੀ ਅਸੀਂ ਉਹ ਛਾਪਦੇ ਨਹੀਂ, ਅਸੀਂ ਆਪਣੇ ਕੋਲੋਂ ਤਾਂ ਛਾਪ ਨਹੀਂ ਸਕਦੇ ਕਿ ਅੱਜ 400 ਕੇਸ ਹੈ ਜਾਂ 200 ਕੇਸ ਹੈ। ਇਹੀ ਸਾਡੀ ਬਦਕਿਸਮਤੀ ਹੈ। ਤੁਹਾਨੂੰ ਜਿਹੜੀਆਂ ਰਿਪੋਰਟਾਂ ਹੈਗੀਆਂ ਉਹ ਸਿਹਤ ਮਾਹਰਾਂ ਵੱਲੋਂ ਮਿਲਣੀਆਂ ਚਾਹੀਦੀਆਂ ਤੇ ਮਿਲ ਸਰਕਾਰ ਵੱਲੋਂ ਰਹੀਆਂ। ਪਰ ਸਿਹਤ ਵਿਭਾਗ ਹੀ ਦਿੰਦਾ ਨਾ ਆਪਣੀ ਰੈਲੀਆਂ ਕੱਢਣ ਦੀ ਹੈ ਜੀ, ਤੇ ਇੱਥੇ ਕਹਿੰਦੇ ਕਿ ਸਾਰਾ ਕੁਝ ਹੋਈ ਜਾਂਦਾ ਜੀ। ਇੱਥੇ ਇਲੈਕਸ਼ਨ ਚੱਲੀ ਜਾਂਦੇ ਆ, ਇਹ ਦੋਹਰੇ ਮਾਪਦੰਡਾਂ ਕਰਕੇ ਸਰਕਾਰ ਦੀ ਭਰੋਸੇਯੋਗਤਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਲੋਕ ਮੰਨ ਨਹੀਂ ਰਹੇ। ਕਿਸਾਨਾਂ ਦੇ ਜਿਹੜੇ ਸੰਘਰਸ਼ ਨੂੰ ਤਾਰੋ ਪੀੜ ਕੀਤਾ ਜਾ ਰਿਹਾ, ਇਹ ਵੀ ਇੱਕ ਕਾਰਨ ਹੋ ਸਕਦਾ, ਇਹ ਵੀ ਇੱਕ ਕਾਰਨ ਹੋ ਸਕਦਾ ਹੈ। ਸਿੰਘੂ ਬਾਰਡਰ ਦੇ ਉੱਤੇ ਕਦੀ ਟੈਂਟਾਂ ਦੇ ਉੱਤੇ ਹਮਲਾ, ਕਦੀ ਉਹਨਾਂ ਦੇ ਇਹ ਵੀ ਮੰਦਭਾਗਾ ਹਮਲਾ ਕਰਨਾ, ਉਹਨਾਂ ਦੀ ਟੈਂਟ ਸਾੜਨੇ, ਉਹਨਾਂ ਦੀਆਂ ਜਿਹੜੀਆਂ ਰਹਿਣ ਬਸੇਰੇ ਸਾੜਨੇ, ਇਹ ਬੜੀ ਇੱਕ ਘਟੀਆ ਕਿਸਮ ਦੀ ਮੈਂ ਸਮਝਦਾ ਕਾਰਵਾਈ ਹੈ। ਠੀਕ ਹੈ। ਨਗਰ ਨਿਗਮ ਚੋਣਾਂ ਦੇ ਕਾਫੀ ਦਿਨਾਂ ਬਾਅਦ ਆਖਿਰਕਾਰ ਕਪੂਰਥਲਾ ਜ਼ਿਲ੍ਹੇ ਨੂੰ ਪਹਿਲਾ ਮੇਅਰ ਮਿਲ ਹੀ ਗਿਆ ਤੇ ਕੁਲਵੰਤ ਕੌਰ ਨੇ ਸ਼ਹਿਰ ਦੇ ਪਹਿਲੇ ਮੇਅਰ ਵਜੋਂ ਕੁਰਸੀ ਸੰਭਾਲੀ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਕਪੂਰਥਲਾ ਨੂੰ ਨਗਰ ਨਿਗਮ ਦਾ ਦਰਜਾ ਮਿਲਿਆ ਹੈ ਤੇ ਕੁਝ 50 ਵਾਰਡਾਂ ਚੋਂ 45 ਤੇ ਕਾਂਗਰਸੀ ਉਮੀਦਵਾਰਾਂ ਦੀ ਵੀ ਜਿੱਤ ਹੋਈ ਸੀ। ਇਸ ਮੌਕੇ ਬੋਲਦਿਆਂ ਕੁਲਵੰਤ ਕੌਰ ਨੇ ਕਿਹਾ ਕਿ
ਉਹ ਸਭ ਨਾਲ ਮਿਲ ਕੇ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਨਗੇ। ਕਪੂਰਥਲੇ ਦੇ ਪਹਿਲੇ ਮੇਅਰ ਚੁਣੇ ਜਾਓਗੇ, ਇਤਿਹਾਸਿਕ ਇਹ ਫੈਸਲਾ ਹੈ, ਕੀ ਕਰੋਗੇ ਕਪੂਰਥਲਾ ਲਈ, ਕੀ ਸੋਚ ਕੇ ਅਗਲੀ ਰਣਨੀਤੀ ਬਣਾ ਰਹੇ ਹੋ? ਅਸੀਂ ਇਹ ਸੋਚਾਂਗੇ ਹਰ ਇੱਕ ਦਾ ਕੰਮ ਵਧੀਆ ਤੌਰ ਤਰੀਕੇ ਨਾਲ ਹੋਵੇ, ਸੜਕਾਂ ਦਾ ਜਿੱਦਾਂ ਕੋਈ ਦੀ ਪੈਨਸ਼ਨ ਵਗੈਰਾ ਲੱਗਣੀ ਹੈ ਸਭ ਦੇ ਨਾਲ ਚੱਲਾਂਗੇ। ਸੜਕਾਂ ਧਿਆਨ ਰੱਖਾਂਗੇ ਜ਼ਿਆਦਾਤਰ, ਜਿੱਦਾਂ ਆਮ ਲੋਕਾਂ ਨੂੰ ਭਾਵੇਂ ਮੈਂ ਰਾਣਾ ਜੀ ਨਾਲ ਜੋ ਵੀ ਕੰਮ ਹੋਊਗਾ ਉਹ ਕਰਵਾਵਾਂਗੇ। ਠੀਕ ਹੈ। ਪੰਜਾਬ ਸਰਕਾਰ ਦੁਆਰਾ ਬੜੀ ਦੇਰ ਤੋਂ ਖਾਲੀ ਪਈ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਕੁਰਸੀ ਆਖਿਰਕਾਰ ਭਰ ਹੀ ਗਈ ਤੇ ਕਾਂਗਰਸ ਨੇਤਾ ਭਾਨੂ ਪ੍ਰਤਾਪ ਸਿੰਘ ਨੂੰ ਪਠਾਨਕੋਟ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਭਾਨੂ ਪ੍ਰਤਾਪ ਸੁਨੀਲ ਜਾਖੜ ਦੇ ਨਜ਼ਦੀਕੀ ਹਨ। ਇਸ ਮੌਕੇ ਭਾਨੂ ਪ੍ਰਤਾਪ ਨੇ ਹਾਈ ਕਮਾਂਡ ਦਾ ਧੰਨਵਾਦ ਵੀ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ। ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜੀ, ਹਰੀਸ਼ ਰਾਵਤ ਜੀ, ਸਾਡੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੀਵ ਬੈਂਸ ਜੀ ਤੇ ਮੇਰੀ ਹਲਕੇ ਦੀ ਸਾਰੀ ਕਾਂਗਰਸ ਦੀ ਸਾਡੀ ਟੀਮ, ਮੈਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਦੀ ਰਿਕਮੈਂਡੇਸ਼ਨ ਤੇ ਜਿਨ੍ਹਾਂ ਦੀ ਆਸਾਂ ਤੇ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਤੇ ਮੈਂ ਵਿਸ਼ਵਾਸ ਦਿਲਾਉਣਾ ਚਾਹੁੰਦਾ ਕਿ ਇਮਾਨਦਾਰੀ ਨਾਲ ਕੰਮ ਕਰਾਂਗੇ ਔਰ ਜਿਹੜੇ ਵੀ ਮਾਰਕੀਟ ਕਮੇਟੀ ਦੇ ਰਿਲੇਟਡ ਜਿਹੜੇ ਵੀ ਕੰਮ ਨੇ, ਚਾਹੇ ਹੁਣ ਰਿਕਵਰਮੈਂਟ ਦਾ ਸੀਜ਼ਨ ਚੱਲ ਰਿਹਾ ਹੈ, ਉਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਰੂਰਲ ਇਨਫਰਾਸਟਰਕਚਰ ਹੈ, ਉਹ ਸਾਰਾ ਜਿਹੜਾ ਹੈਗਾ ਅਸੀਂ ਪ੍ਰਾਇੋਰਟੀ ਤੇ ਜੋ ਸਾਨੂੰ ਫੰਡਸ ਦੀ ਲੋੜ ਹੈ ਉਹਦੇ ਲਈ ਮੈਂ ਪ੍ਰਧਾਨ ਜੀ ਦੇ ਨਾਲ ਸਾਰੀ ਟੀਮ ਦੇ ਨਾਲ ਅਸੀਂ ਜਾਖੜ ਸਾਹਿਬ ਨੂੰ ਮਿਲਾਂਗੇ ਤੇ ਵੱਧ ਤੋਂ ਵੱਧ ਫੰਡ ਲੈ ਕੇ ਆਵਾਂਗੇ ਔਰ ਮੈਂ ਕੋਸ਼ਿਸ਼ ਕਰਾਂਗਾ ਕਿ 2022 ਦੇ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਰੂਰਲ ਇਨਫਰਾਸਟਰਕਚਰ ਹੈ ਡਿਸਟ੍ਰਿਕਟ ਪਠਾਨਕੋਟ ਦਾ ਉਹਨੂੰ ਅਸੀਂ ਵਧੀਆ ਕਰਾਂਗੇ। ਤੁਹਾਡੇ ਸਰ ਕਿਉਂਕਿ ਸੀਐਮ ਸਾਹਿਬ ਤਾਂ ਦੇਖੋ ਜੀ, ਜਾਖੜ ਸਾਹਿਬ ਦਾ ਸਾਡੇ ਤੇ ਆਸ਼ੀਰਵਾਦ ਹੈ। ਮੈਂ ਵਿਸ਼ਵਾਸ ਦਿਲਾਉਣਾ ਕਿ ਵੱਧ ਤੋਂ ਵੱਧ ਫੰਡ ਮੈਂ ਲੈ ਕੇ ਆਵਾਂਗਾ ਰੂਰਲ ਇਨਫਰਾਸਟਰਕਚਰ ਲਈ। ਜ਼ਿਲ੍ਹਾ ਪ੍ਰਧਾਨ ਜੀ ਸਾਡੇ ਨਾਲ ਜਾਣਗੇ ਔਰ ਅਸੀਂ ਜੋ ਸਾਨੂੰ ਸਮਾਂ ਮਿਲਿਆ ਇਹਦੇ 'ਚ ਇਹ ਕੰਮ ਕਰਾਵਾਂਗੇ ਔਰ ਤੁਸੀਂ ਇਹ ਦੇਖੋਗੇ। ਸਾਨੂੰ ਟਾਈਮ ਦਿਓ, ਥੋੜ੍ਹਾ ਜਿਹਾ ਮਹੀਨਾ ਹੀ ਦਿਓ, ਮਹੀਨੇ ਦੇ ਅੰਦਰ ਇਹਨੂੰ ਅਸੀਂ ਪੂਰਾ ਹੀ ਜਿਹੜਾ ਅਮਲੀ ਜਾਮਾ ਬਣਾ ਕੇ ਇਹ ਕੰਮ ਕਰਾਂਗੇ। ਬਿਲਕੁਲ ਨਹੀਂ ਜੀ, ਬਿਲਕੁਲ ਜਿਹੜਾ ਕਾਂਗਰਸ ਸਰਕਾਰ 'ਚ ਜਿਹੜਾ ਪੈਸਾ ਲੱਗਾ ਬਿਲਕੁਲ ਇਮਾਨਦਾਰੀ ਨਾਲ ਲੱਗਾ, ਪੂਰੀ ਮੋਨੀਟਰਿੰਗ ਨਾਲ ਲੱਗਾ। ਕੈਪਟਨ ਅਮਰਿੰਦਰ ਸਿੰਘ ਜੀ ਦਾ ਜਿਹੜਾ ਟੈਨਿਓਰ ਰਿਹਾ, ਇਹ ਤੁਸੀਂ ਇਸ ਚੀਜ਼ ਨੂੰ ਸਾਰਿਆਂ ਨੂੰ ਮੰਨਣਾ ਪੈਣਾ ਕਿ ਇਮਾਨਦਾਰੀ ਨਾਲ ਉਹਨਾਂ ਨੇ ਕੰਮ ਕੀਤਾ ਹੈ, ਇਮਾਨਦਾਰੀ ਨਾਲ ਅਫਸਰਾਂ ਦੇ ਸਾਰਿਆਂ ਦੇ ਨਕੇਲ ਰੱਖੀ ਹੈ ਔਰ ਹਰ ਚੀਜ਼ ਦਾ ਰਿਜ਼ਲਟ ਰਿਹਾ। ਜਿਹੜਾ ਮੰਡੀ ਬੋਰਡ ਦੀ ਸੜਕਾਂ ਦੀ ਗੱਲ ਕਰ ਰਹੇ ਹੋ, ਇੱਕ ਅੱਜ ਕੱਲ੍ਹ ਸੈਟਅਪ ਹੋ ਗਿਆ ਕਿ 5 ਸਾਲ ਤੋਂ ਬਾਅਦ ਰਿਪੇਅਰ ਹੋਣੀ ਹੈ, ਜਿਹੜੀ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਚਾਹੁੰਦੀਆਂ। ਉਹ ਸਾਰੀ ਜਿਹੜੀਆਂ ਹੁਣ ਪੈਂਡਿੰਗ ਹੈਗਾ ਉਹਨੂੰ ਅਸੀਂ ਫਾਸਟ ਕਰਾਂਗੇ ਕੰਮ ਨੂੰ ਔਰ ਡੈਫੀਨੇਟਲੀ ਜਾਖੜ ਸਾਹਿਬ ਦਾ ਸਾਨੂੰ ਪੂਰਾ ਆਸ਼ੀਰਵਾਦ ਹੈ ਔਰ ਉਹਨਾਂ ਨੇ ਵਿਸ਼ਵਾਸ ਵੀ ਦਿਲਾਇਆ ਕਿ ਤੁਹਾਨੂੰ ਜੋ ਫੰਡਸ ਹੈ ਤੁਹਾਨੂੰ ਅਵੇਲੇਬਲ ਹੋਣਗੀਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਵਿਕਾਸ ਕਰ ਸਕੀਏ। ਸਰ ਕੋਈ ਫਰਕ ਨਹੀਂ ਪਏਗਾ। ਮਾਰਕੀਟ ਜਿਹੜਾ ਕਾਨੂੰਨ ਸੀਗੇ ਪੰਜਾਬ 'ਚ ਤੇ ਸਰਕਾਰ ਨੇ ਰੱਦ ਕਰਤੇ ਨੇ ਤੇ ਜੋ ਕਿਸਾਨ ਲੜਾਈ ਲੜ ਰਹੇ ਨੇ ਉਹਨਾਂ ਦੀ ਲੜਾਈ ਜਾਰੀ ਹੈ ਤੇ ਪੰਜਾਬ 'ਚ ਤਾਂ ਕੋਈ ਇਫੈਕਟ ਨਹੀਂ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਸਾਨਾਂ ਦੇ ਨਾਲ ਖੜੇ ਹੋ ਕੇ ਦੱਸਿਆ। ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਜਿਹੜੇ ਕਾਲੇ ਕਾਨੂੰਨ ਸੀਗੇ ਬੀਜੇਪੀ ਦੁਆਰਾ ਪਾਸ ਕੀਤੇ ਗਏ ਉਹ ਸਾਰੇ ਉਹਨਾਂ ਨੇ ਕੈਂਸਲ ਕਰਤੇ। ਠੀਕ ਹੈ, ਥੈਂਕ ਯੂ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਜੀਵਨ ਦੀ ਅਗਵਾਈ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੇ ਫਰੰਟ ਆਫਿਸ ਵਿਖੇ ਕੋਵਿਡ-19 ਕਰੋਨਾ ਵਾਇਰਸ ਟੀਕਾਕਰਨ ਮੁਹਿੰਮ ਦਾ ਆਯੋਜਨ ਕੀਤਾ ਗਿਆ। CJM ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਵ ਨੇ ਦੱਸਿਆ ਕਿ ਉਹਨਾਂ ਸਮੇਤ ਕੁੱਲ 70 ਵਿਅਕਤੀਆਂ ਨੇ ਟੀਕਾਕਰਨ ਮੁਹਿੰਮ ਦਾ ਲਾਭ ਉਠਾਇਆ ਅਤੇ ਵੈਕਸੀਨ ਵੀ ਲਵਾਇਆ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਦੁਆਰਾ ਨਿਯੁਕਤ ਟੀਮ ਸਵੇਰੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਆਫਿਸ ਪਹੁੰਚੀ ਅਤੇ ਟੀਕਾਕਰਨ ਪ੍ਰਕਿਰਿਆ ਸ਼ੁਰੂ ਕੀਤੀ ਗਈ। ਟੀਕਾਕਰਨ ਦੀ ਪ੍ਰਕਿਰਿਆ ਦੁਪਹਿਰ ਤੱਕ ਪੂਰੀ ਹੋਈ। ਲਾਭ ਪ੍ਰਾਪਤੀਆਂ ਨੂੰ ਦੂਜੀ ਖੁਰਾਕ ਦੇਣ ਲਈ ਅਜਿਹਾ ਹੀ ਕੈਂਪ 45 ਦਿਨਾਂ ਬਾਅਦ ਨਿਰਧਾਰਿਤ ਕੀਤਾ ਜਾਵੇਗਾ। ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਮ ਹਰਪ੍ਰੀਤ ਕੌਰ ਜੀਵਨ ਜੀ ਦੀ ਗਾਈਡੈਂਸ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੈਡਮ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਜੀ ਦੀ ਕੋਆਰਡੀਨੇਸ਼ਨ ਦੇ ਨਾਲ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਦੇ ਫਰੰਟ ਆਫਿਸ ਵੈਕਸੀਨੇਸ਼ਨ ਡਰਾਈਵ ਸ਼ੁਰੂ ਕੀਤੀ ਹੈ। ਇਹਦੇ 'ਚ ਅਸੀਂ ਸਾਰੇ ਜੋ ਸਾਡੇ ਕੋਰਟ ਦੇ ਜੁਡੀਸ਼ੀਅਲ ਆਫਿਸਰਸ ਹੈ ਉਹਨਾਂ ਨੂੰ ਤੇ ਕੋਰਟ ਦਾ ਸਟਾਫ ਹੈ ਜਿਹੜਾ ਰਿਕੁਆਇਰਡ ਨੋਰਮਸ ਪੂਰੀਆਂ ਕਰਦਾ ਹੈ ਉਹਨਾਂ ਨੂੰ ਅੱਜ ਵੈਕਸੀਨੇਟ ਕਰਵਾ ਰਹੇ ਹਾਂ। ਅਤੇ ਇਸ ਤੋਂ ਇਲਾਵਾ ਐਡਵੋਕੇਟ ਸਾਹਿਬਾਨ ਜੋ ਡੇਲੀ ਕੋਰਟਸ ਦੇ ਵਿੱਚ ਪੇਸ਼ ਹੁੰਦੇ ਹੈ, ਲਿਟੀਗੈਂਟਸ ਦੇ ਨਾਲ ਉਹਨਾਂ ਦਾ ਰਾਬਤਾ ਰਹਿੰਦਾ ਹੈ ਰੋਜ਼ ਦਾ, ਉਹ ਸਾਰੇ ਜਿਵੇਂ ਰਿਸਕ 'ਤੇ ਹੈ ਅਤੇ ਇਸ ਲਈ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਸੱਦਾ ਹੈ ਵੀ ਉਹ ਸਾਡੇ ਆਫਿਸ 'ਚ ਆ ਕੇ ਅੱਜ ਵੈਕਸੀਨੇਟ ਆਪਣੇ ਆਪ ਨੂੰ ਜਿਹੜੀ ਕੋਵਿਡ-19 ਮਹਾਮਾਰੀ ਜਿਹਦੇ ਨਾਲ ਆਪਣਾ ਸਾਰਾ ਸੰਸਾਰ ਜੂਝ ਰਿਹਾ ਹੈ ਅੱਜ ਦੇ ਸਮੇਂ 'ਚ, ਉਹਦੀ ਵੈਕਸੀਨੇਸ਼ਨ ਦੀ ਡਰਾਈਵ ਚਲਾਈ ਹੈ। ਤੋ ਕਾਫੀ ਲੋਕਾਂ ਦਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਅਤੇ ਸਾਰੇ ਆਫਿਸਰਸ ਅਤੇ ਕੋਰਟ ਦਾ ਸਟਾਫ ਪਹਿਲਾਂ ਥੋੜ੍ਹਾ ਜਦੋਂ ਕੱਲ੍ਹ ਅਸੀਂ ਉਹਨਾਂ ਨਾਲ ਚਰਚਾ ਸ਼ੁਰੂ ਕੀਤੀ ਅਤੇ ਥੋੜ੍ਹੀ ਉਹਨਾਂ ਦੇ ਵਿੱਚ ਜ਼ਰੂਰ ਸੀ ਡਾਊਟ ਅਤੇ ਕੁਛ ਇੱਕ ਸਟਾਫ ਨਹੀਂ ਸੀ ਪਹਿਲ ਕਰ ਰਿਹਾ ਅਤੇ ਫਿਰ ਉਹਨਾਂ ਨੂੰ
ਸਮਝਾਇਆ, ਉਹਨਾਂ ਨਾਲ ਗੱਲਬਾਤ ਕੀਤੀ ਵੀ ਵੈਕਸੀਨੇਸ਼ਨ ਦਾ ਫਾਇਦਾ ਹੀ ਫਾਇਦਾ ਹੈ, ਨੁਕਸਾਨ ਕੋਈ ਨਹੀਂ ਹੈ। ਤੇ ਹੁਣ ਕਾਫੀ ਸਟਾਫ ਦਾ ਅੱਛਾ ਹੁੰਗਾਰਾ ਮਿਲ ਰਿਹਾ ਤੇ ਸਾਰੇ ਵੈਕਸੀਨੇਸ਼ਨ ਕਰਵਾ ਰਹੇ। ਹਾਂ, ਲੋਕਾਂ ਨੂੰ ਸਾਡੇ ਵੱਲੋਂ ਇਹੀ ਸੰਦੇਸ਼ ਹੈ ਵੀ ਕਿਸੇ ਵੀ ਤਰ੍ਹਾਂ ਦੇ ਗਲਤਫਹਿਮੀ 'ਚ ਨਹੀਂ ਰਹਿਣਾ ਚਾਹੀਦਾ। ਵੈਕਸੀਨੇਸ਼ਨ ਹੈ ਜਿਹੜੀ, ਉਹਦੇ ਬਾਰੇ ਕਾਫੀ ਭਰਮ ਭੁਲੇਖੇ ਸਮਾਜ ਦੇ ਵਿੱਚ ਦੇਖਣ ਨੂੰ ਮਿਲ ਰਹੇ ਹੈ ਤੇ ਅਜੇ ਤੱਕ ਜੋ ਸਾਰੀਆਂ ਰਿਪੋਰਟਸ ਐਂਡ ਸਟੱਡੀਜ਼ ਅਸੀਂ ਦੇਖਦੇ ਹਾਂ, ਚਾਹੇ ਆਨਲਾਈਨ ਕੋਈ ਵੀ ਸਰਚ ਕਰਕੇ ਪੜ੍ਹ ਸਕਦਾ ਹੈ, ਉਹਦੇ ਵਿੱਚ ਵੈਕਸੀਨੇਸ਼ਨ ਦਾ ਕੋਈ ਐਸਾ ਸਾਨੂੰ ਨਹੀਂ ਸਾਈਡ ਇਫੈਕਟ ਜਾਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਦਿਸ ਰਹੀ ਵੀ ਅਸੀਂ ਇਹਨੂੰ ਨਾ ਲਗਵਾਈਏ। ਸੋ ਬਿਮਾਰੀ ਦੇ ਨਾਲ ਜੂਝਣ ਦੇ ਨਾਲੋਂ ਚੰਗਾ ਹੈ ਵੀ ਅਸੀਂ ਜਿਹੜਾ ਉਹਨੂੰ ਪਹਿਲਾਂ ਹੀ ਰੋਕਥਾਮ ਕਰਨ ਲਈ ਆਪਣੇ ਆਪ ਨੂੰ ਵੈਕਸੀਨੇਟ ਜ਼ਰੂਰ ਕਰਵਾਈਏ। ਸੋ ਸਾਰਿਆਂ ਨੂੰ ਇਹ ਸੰਦੇਸ਼। ਰੂਪਨਗਰ ਦੀ ਨਾਮਵਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵੱਲੋਂ ਮਾਪਿਆਂ ਤੋਂ ਮੰਗੇ ਜਾ ਰਹੇ ਸਾਲਾਨਾ ਫੰਡ ਨੂੰ ਲੈ ਕੇ ਮਾਪਿਆਂ ਤੇ ਸਕੂਲ ਮੈਨੇਜਮੈਂਟ ਵਿਚਕਾਰ ਰੇੜਕਾ ਦੂਜੇ ਦਿਨ ਵੀ ਜਾਰੀ ਰਿਹਾ। ਮਾਪਿਆਂ ਵੱਲੋਂ ਵਿਰੋਧ ਵਿੱਚ ਚੱਲ ਰਹੇ ਸਕੂਲ ਦੇ ਅੱਗੇ ਧਰਨਾ ਦੇ ਕੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਮਾਪਿਆਂ ਵੱਲੋਂ ਅਕੈਡਮੀ ਪ੍ਰਬੰਧਕਾਂ ਦੇ ਖਿਲਾਫ ਵੀ ਨਾਅਰੇਬਾਜ਼ੀ ਕਰ ਦਿੱਤੀ ਗਈ। ਕੀ ਹੈ ਪੂਰਾ ਮਾਮਲਾ, ਤੁਸੀਂ ਵੀ ਸੁਣੋ। ਸਕੂਲ ਦੀ ਜਿਹੜੀ ਮਾਪਿਆਂ ਦੀ ਕਮੇਟੀ ਹੈ ਸੰਘਰਸ਼ ਕਰਨ ਵਾਲੀ, ਉਹ ਅੰਦਰ ਮਿਲਣ ਗਈ ਸੀਗੀ ਤੇ ਉਹਨਾਂ ਨੇ ਅੰਦਰੋਂ ਕਾਨੂੰਨੀ ਰਾਏ ਲਈ ਮੈਨੂੰ ਵੀ ਅੰਦਰ ਬੁਲਾਇਆ ਸੀਗਾ। ਜੋ ਅੰਦਰ ਗੱਲਬਾਤ ਹੋਈ ਹੈ ਉਹਦੇ ਮੁਤਾਬਕ ਮਾਪਿਆਂ ਦੀ ਸਿੱਧੀ ਮੰਗ ਹੈ ਕਿ ਜਿਹੜੇ ਐਨੂਅਲ ਚਾਰजेस ਹੈ 8000 ਤੋਂ ਲੈ ਕੇ ਕਰੀਬ 16-17 ਤੱਕ ਐਨੂਅਲ ਚਾਰजेस ਹੈ, ਉਹ ਬਹੁਤ ਜ਼ਿਆਦਾ, ਉਹ ਮਾਪਿਆਂ ਦਾ ਪੱਖ ਹੈ ਕਿ ਅਸੀਂ ਪੇ ਨਹੀਂ ਕਰ ਸਕਦੇ। ਤੇ ਗੱਲਬਾਤ ਦੇ ਦੌਰਾਨ ਸਕੂਲ ਨੇ ਇਹ ਆਫਰ ਕੀਤੀ ਹੈ ਕਿ ਅਸੀਂ ਕਰੀਬ 7% ਤੱਕ ਐਨੂਅਲ ਫੰਡ ਜਿਹੜਾ ਘੱਟ ਕਰ ਸਕਦੇ ਆ। ਮਾਪਿਆਂ ਨੇ ਉਸ ਚੀਜ਼ ਨੂੰ, ਮਾਪਿਆਂ ਦੀ ਕਮੇਟੀ ਨੇ ਟੋਟਲੀ ਨਕਾਰਤਾ ਕਿ 7% ਘਟਾਉਣ ਲਈ ਅਸੀਂ ਸੰਘਰਸ਼ ਨਹੀਂ ਕਰ ਰਹੇ, ਅਸੀਂ ਐਨੂਅਲ ਫੰਡ ਮਾਫ ਕਰਾਉਣ ਲਈ ਜਿਹੜਾ ਸੰਘਰਸ਼ ਕਰ ਰਹੇ ਹਾਂ। ਸੋ ਉਸ ਚੀਜ਼ ਦੇ ਉੱਪਰ ਮਾਪਿਆਂ ਦੀ ਬਿਲਕੁਲ ਸੰਤੁਸ਼ਟੀ ਨਹੀਂ ਹੈ ਤੇ ਮਾਪਿਆਂ ਨੇ ਸਕੂਲ ਮੈਨੇਜਮੈਂਟ ਨੂੰ ਇਸ ਚੀਜ਼ ਦਾ ਫੈਸਲਾ ਦੇ ਦਿੱਤਾ ਕਿ ਅਸੀਂ ਇਸ ਮੁੱਦੇ ਦੇ ਉੱਪਰ ਅਗਲਾ ਸੰਘਰਸ਼ ਕਰਾਂਗੇ ਉਦੋਂ ਤੱਕ ਜਦੋਂ ਤੱਕ ਜਿਹੜਾ ਐਨੂਅਲ ਫੰਡ ਹੈ ਉਹ ਮਾਫ ਨਹੀਂ ਹੋ ਜਾਂਦਾ। ਤੇ ਜਿਹੜੀ ਆਨਰੇਬਲ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹਦੇ ਮੁਤਾਬਕ ਵੀ ਕੁਝ ਬੱਚਿਆਂ ਨੂੰ ਇਹਨਾਂ ਨੇ WhatsApp ਗਰੁੱਪਸ ਦੇ ਵਿੱਚੋਂ ਕੱਢਿਆ, ਜਿਹੜਾ ਕਿ ਆਨਰੇਬਲ ਸੁਪਰੀਮ ਕੋਰਟ ਦੀ ਜੱਜਮੈਂਟ ਦੀ ਵੀ ਕਲੀਅਰ ਕੱਟ ਵਾਇਓਲੇਸ਼ਨ ਹੈ। ਆਨਰੇਬਲ ਸੁਪਰੀਮ ਕੋਰਟ ਨੇ ਜੱਜਮੈਂਟ ਦੇ ਵਿੱਚ ਕਿਹਾ ਹੋਇਆ ਕਿ ਫੀਸ ਕਰਕੇ ਕਿਸੇ ਵੀ ਬੱਚੇ ਨੂੰ ਕਿਸੇ ਆਨਲਾਈਨ ਕਲਾਸ ਦੇ ਵਿੱਚੋਂ ਜਿਹੜਾ ਡੀਬਾਰ ਨਹੀਂ ਕੀਤਾ ਜਾ ਸਕਦਾ। ਸੋ ਉਸ ਚੀਜ਼ ਨੂੰ ਵਾਇਓਲੇਟ ਕਰਕੇ ਬੱਚਿਆਂ ਨੂੰ ਉਹਦੇ ਵਿੱਚੋਂ ਕੱਢਿਆ ਗਿਆ। ਮਾਪਿਆਂ ਦੀ ਕਮੇਟੀ ਅੱਗੇ ਜੋ ਵੀ ਸੰਘਰਸ਼ ਦੀ ਰੂਪਰੇਖਾ ਉਲੀਕੇਗੀ, ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ। ਅਕਾਲੀ ਸਰਕਾਰ ਵੇਲੇ ਵੀ ਨਜਾਇਜ਼ ਮਾਈਨਿੰਗ ਹੁੰਦੀ ਹੈ ਤੇ ਉਸ ਸਮੇਂ ਕਾਂਗਰਸ ਪਾਰਟੀ ਚੀਕਾਂ ਮਾਰਦੀ ਸੀ ਤੇ ਕਾਰਵਾਈ ਦੀ ਗੱਲ ਕਰਦੀ ਸੀ, ਪਰ ਪਿਛਲੇ 4 ਸਾਲਾਂ ਤੋਂ ਕਾਂਗਰਸ ਸਰਕਾਰ ਦੀ ਮਿਲੀ ਭੁਗਤ ਨਾਲ ਨਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ ਤੇ ਕੋਈ ਵੀ ਨੱਥ ਪਾਉਣ ਵਾਲਾ ਨਹੀਂ ਹੈ। ਹਾਲਾਂਕਿ ਪੁਲਿਸ ਤੇ ਪ੍ਰਸ਼ਾਸਨ ਸਮੇਂ-ਸਮੇਂ ਤੇ ਇਹਨਾਂ ਲੋਕਾਂ ਖਿਲਾਫ ਕਾਰਵਾਈ ਕਰਦਾ ਹੈ, ਪਰ ਇਹ ਲੋਕੀ ਸਿਆਸੀ ਪੁਸ਼ਤਪਨਾਹੀ ਨਾਲ ਫਿਰ ਬਚ ਜਾਂਦੇ ਹਨ। ਮਾਮਲਾ ਪਠਾਨਕੋਟ ਦੇ ਮਨਵਾਲ ਪਿੰਡ ਦਾ ਹੈ, ਜਿੱਥੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵਿਧਾਇਕ ਦਿਨੇਸ਼ ਬੱਬੂ ਨੇ BDO ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਤੋਂ ਲਗਾਤਾਰ ਮਨਵਾਲ ਪੰਚਾਇਤ ਜਿਹੜੀ ਆ ਨਜਾਇਜ਼ ਮਿੱਟੀ ਪੁੱਟੀ ਜਾ ਕਰਦੀ ਹੈ ਔਰ ਮੈਂ 2 ਸਾਲ ਪਹਿਲੇ ਇੱਕ ਚਿੱਠੀ DC ਸਾਹਿਬ ਨੂੰ ਲਿਖੀ ਸੀ ਕਿ ਮਨਵਾਲ ਪੰਚਾਇਤ 'ਚ ਨਜਾਇਜ਼ ਮਿੱਟੀ ਪੁੱਟੀ ਜਾ ਕਰਦੀ ਹੈ। ਉਹ ਚਿੱਠੀ DC ਸਾਹਿਬ ਨੇ BDO ਨੂੰ ਮਾਰ ਕਰਤੀ, ਲੇਕਿਨ ਉਹਦੇ 'ਤੇ ਅੱਜ ਤੱਕ ਕਾਰਵਾਈ ਨਹੀਂ ਹੋਈ। ਹੁਣ ਜਿਹੜੇ 7 ਮੈਂਬਰ ਨੇ ਉਹ ਵੀ ਲਿਖ ਕੇ ਦੇਖਦੇ ਨੇ ਕਿ ਮਨਵਾਲ ਪੰਚਾਇਤ 'ਚ ਨਜਾਇਜ਼ ਮਿੱਟੀ ਪੁੱਟੀ ਹੈ ਔਰ ਕਰੋੜਾਂ ਦੀ ਮਿੱਟੀ ਪੁੱਟੀ ਹੈ। ਔਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਕੋਈ ਸੁੱਧ ਲੈਣ ਵਾਲੀ, ਕੋਈ JE ਨਹੀਂ, ਕੋਈ ਸੈਕਟਰੀ ਨਹੀਂ, ਕੋਈ BDO ਨਹੀਂ, ਕੋਈ DDO, ਕਿਸੇ ਨੇ ਕਾਰਵਾਈ ਨਹੀਂ ਕੀਤੀ। ਔਰ ਮੈਂ ਲਗਾਤਾਰ BDO ਸਾਹਿਬ ਨੂੰ ਵੀ ਫੋਨ ਕਰਦਾ ਰਿਹਾ, DDO ਸਾਹਿਬ ਨੂੰ ਵੀ ਫੋਨ ਕਰਦਾ ਰਿਹਾ। ਔਰ ਇਹਨਾਂ ਲੋਕਾਂ ਨੇ ਪਿਛਲੇ ਸਾਲ ਕਰੋਨਾ ਦੀ ਆੜ 'ਚ, ਜਦੋਂ ਕਰੋਨਾ ਦਾ ਬੜਾ ਜ਼ੋਰ ਹੈ, ਉਹਨਾਂ ਦਿਨਾਂ ਲਗਾਤਾਰ ਮਾਈਨਿੰਗ ਕੀਤੀ ਹੈ, ਲਗਾਤਾਰ ਮਿੱਟੀ ਪੁੱਟੀ। ਔਰ ਹੈਰਾਨਗੀ ਦੀ ਗੱਲ, ਕੋਈ ਪੁੱਛਣਾ ਹੋਵੇ। ਔਰ ਮੈਂਬਰ ਵੀ ਵਿਚਾਰੇ ਮਤਲਬ ਤੜਫ ਕੇ ਮਰ ਗਏ ਨੇ ਕਿ ਜਿਹੜੀ ਨਜਾਇਜ਼ ਮਿੱਟੀ ਪਟੋਈ ਕਰਦੀ ਹੈ ਇਹ ਰੋਕੀ ਜਾਏ, ਲੇਕਿਨ ਕਿਸੇ ਅਫਸਰ ਨੇ ਉਹਦੇ ਖਿਲਾਫ ਕਾਰਵਾਈ ਨਹੀਂ ਕੀਤੀ। ਅੱਜ SD ਸਾਹਿਬ ਧਰਨਾ ਲਾ ਉੱਥੇ ਦੌਰਾ ਜਾਏਗਾ, ਮੌਕਾ ਦੇਖਣ ਜਾਏਗਾ। ਉਹ ਵੀ ਇਸ ਕਾਰਨ ਜਾਏਗਾ ਕਿ ਉਹਨਾਂ ਨੂੰ ਪਤਾ ਸੀ ਵੀ ਅੱਜ ਇਹਨਾਂ ਇੱਥੇ ਧਰਨਾ ਲੱਗਣਾ, ਨਹੀਂ ਤਾਂ ਅੱਜ ਵੀ ਨਹੀਂ ਜਾਣਾ। ਅਸੀਂ ਮੰਗ ਕਰਨੇ ਆ ਕਿ ਸਖਤ ਕਾਰਵਾਈ ਕੀਤੀ ਜਾਏ ਔਰ ਜਿਹੜਾ ਸਰਪੰਚ ਹੈ ਉਹਦੇ ਤੇ ਕਾਰਵਾਈ ਕਰਕੇ ਉਹਨੂੰ ਡਿਸਮਿਸ ਕੀਤਾ ਜਾਏ ਔਰ ਉਹਨੂੰ ਜਿਹੜਾ ਹੈ ਪਰਚਾ ਦਰਜ ਕੀਤਾ ਜਾਏ, ਉਹਦੇ ਖਿਲਾਫ ਮਾਈਨਿੰਗ ਕੀਤਾ ਜਾਏ। ਕਰੋਨਾ ਦੇ ਚੱਲਦੇ CBSE ਅਤੇ PSEB ਬੋਰਡ ਵੱਲੋਂ 5ਵੀਂ 8ਵੀਂ ਅਤੇ 10ਵੀਂ ਵੱਲੋਂ 5ਵੀਂ 8ਵੀਂ ਜਮਾਤ ਦੇ ਪੇਪਰ ਲਈ ਬਿਨਾਂ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਪ੍ਰਮੋਟ ਕਰਨ ਦੇ ਫੈਸਲੇ ਨੂੰ ਲੈ ਕੇ ਮਾਪੇ ਕੀ ਕੁਝ ਸੋਚਦੇ ਹਨ, ਇਸ ਨੂੰ ਲੈ ਕੇ ਰੂਪਨਗਰ ਤੋਂ ਸਾਡੇ ਪੱਤਰਕਾਰ ਦੀ ਕੀ ਰਿਪੋਰਟ ਹੈ, ਤੁਸੀਂ ਵੀ ਸੁਣੋ।
ਮੈਡਮ ਕੀ ਨਾਮ ਹੈ ਜੀ? ਮੇਰਾ ਨਾਮ ਪ੍ਰਵਿੰਦਰ ਕੌਰ ਹੈ। ਮੈਮ ਸੀਬੀਐਸਈ ਵੱਲੋਂ ਜਿਹੜਾ ਫੈਸਲਾ ਲਿੱਤਾ ਗਿਆ 10ਵੀਂ ਦੇ ਪੇਪਰਾਂ ਨੂੰ ਨਾ ਲੈ ਕੇ ਜਿਹੜਾ ਅੱਗੇ ਪ੍ਰਮੋਟ ਕਰਨ ਦਾ, ਕਿਵੇਂ ਦੇਖਦੇ ਹੋ ਐਜ਼ ਅ ਪੈਰੈਂਟ? ਸਰ ਇਹ ਬਹੁਤ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਪਹਿਲੇ ਬੱਚੇ ਇੰਨੀ ਮਿਹਨਤ ਕਰਕੇ ਪਾਸ ਹੁੰਦੇ ਸੀਗੇ, ਬੋਰਡ ਦੇ ਪੇਪਰ ਆਉਂਦੇ ਤੇ ਪਹਿਲਾਂ ਹੀ ਬੱਚੇ ਡਰ ਜਾਂਦੇ ਸੀਗੇ। ਹੁਣ ਤਾਂ ਬੱਚਿਆਂ ਨੂੰ ਕੋਈ ਫਿਕਰ ਹੀ ਨਹੀਂ ਹੈ, ਪੜ੍ਹਾਈ ਦਾ ਕੋਈ ਹੈ ਹੀ ਨਹੀਂ ਕਿ ਹਾਂ ਅਸੀਂ ਪੜ੍ਹੀਏ। ਬੱਚਿਆਂ ਨੂੰ ਪਤਾ ਹੈ ਸਰਕਾਰ ਨੇ ਸਾਨੂੰ ਪਾਸ ਤਾਂ ਕਰ ਹੀ ਦੇਣਾ। ਪਿਛਲੇ ਸਾਲ ਵੀ ਇਹੀ ਹੋਇਆ ਸੀ, ਹੁਣ ਵੀ ਇਹੀ ਹੋ ਰਿਹਾ। ਪਤਾ ਨਹੀਂ ਇਹ ਕਦ ਤੱਕ ਚੱਲੇਗਾ। ਫਿਰ ਇਹੀ ਬੱਚੇ ਗਾਹਾਂ ਡਾਕਟਰ ਬਣਨਗੇ, ਇੰਜੀਨੀਅਰ। ਫਿਰ ਇਹਨਾਂ ਤੋਂ ਕਿਆ ਐਕਸੈਪਟ ਕਰਦੇ ਹੋ? ਕਿਆ ਪਤਾ ਇਹਨਾਂ ਨੇ ਕਿਹੜਾ ਟੀਕਾ ਕਿਹੜੇ ਪੇਸ਼ੈਂਟ ਲਗਾ ਦੇਣਾ ਹੈ, ਜਦੋਂ ਇਹਨਾਂ ਨੇ ਪੜ੍ਹਨਾ ਹੀ ਨਹੀਂ, ਇਹਨਾਂ ਨੂੰ ਨੌਲੇਜ ਹੀ ਨਹੀਂ ਕਿਸੇ ਚੀਜ਼ ਦੀ। ਥੋੜਾ ਬੱਚੇ ਨੂੰ ਟਾਈਮ ਦਿਓ। ਚਲੋ ਨਹੀਂ ਇਸ ਸਾਲ ਤੁਸੀਂ ਪ੍ਰਮੋਟ ਕਰ ਰਹੇ, ਥੋੜਾ ਚਿਰ ਰੁਕ ਜਾਓ, ਵੇਟ ਕਰ ਲਓ। 15-15 ਬੱਚਿਆਂ ਦਾ ਸੈਕਸ਼ਨ ਕਰਕੇ ਉਹਨਾਂ ਦੇ ਐਗਜ਼ਾਮ ਲੈ ਲਓ। ਜਦ ਸਭ ਕੁਝ ਖੁੱਲ੍ਹਾ ਹੈ ਤਾਂ ਸਕੂਲਾਂ ਨੂੰ ਕਿਉਂ ਨਹੀਂ ਖੋਲ੍ਹਦੇ ਹੈਗੇ? ਇੱਕ ਡੈਸਕ ਤੇ ਇੱਕ ਬੱਚਾ ਬੈਠਦਾ ਹੈ, ਦੂਸਰੇ ਤੇ ਦੂਜਾ ਬਿਠਾ ਦਿਓ। ਅਗਰ 30 ਸਟੂਡੈਂਟ ਹੈ ਤਾਂ 15 ਬੱਚਿਆਂ ਦਾ ਇੱਕ ਦਿਨ ਪੇਪਰ ਲੈ ਲਓ, 15 ਦਾ ਇੱਕ ਦਿਨ ਲੈ ਲਓ। ਇਹ ਗਲਤ ਹੈ, ਮੇਰੇ ਵੱਲ ਤੇ ਤਾਂ ਬਿਲਕੁਲ ਹੀ ਗਲਤ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਪਰ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ ਤੇ ਇੱਕ ਦੂਜੇ ਨੂੰ ਦੁਸ਼ਮਣਬਾਜ਼ੀਆਂ ਦਾ ਜ਼ੋਰ ਜਾਰੀ ਹੈ। ਅੱਜ ਬਟਾਲਾ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਖਿਲਾਫ ਜੰਮ ਕੇ ਭੜਾਸ ਕੱਢੀ ਅਤੇ ਬਿਜਲੀ ਬਿੱਲਾਂ ਜਲਾ ਕੇ ਰੋਸ ਜ਼ਾਹਿਰ ਕੀਤਾ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਚੰਗਾ ਕੰਮ ਕਰ ਰਹੀ ਹੈ ਤੇ ਹੁਣ ਉਹ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵੀ ਸਰਕਾਰ ਬਣਾ ਕੇ ਵਧੀਆ ਮਾਹੌਲ ਚਾਹੁੰਦੀ ਹੈ। ਆਪ ਜੀ ਦੇ ਮਾਧਿਅਮ ਰਾਹੀਂ ਅਤੇ ਸਰਦਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੈ ਦਿੱਲੀ ਤੋਂ, ਉਹਨਾਂ ਦੇ ਦਿਸ਼ਾ ਨਿਰਦੇਸ਼ ਅੰਦਰ ਮੈਂ ਅਪੀਲ ਕਰਦਾ ਪੰਜਾਬ ਦੀ ਜਨਤਾ ਨੂੰ ਕਿ 2022 ਦੇ ਵਿੱਚ ਸਾਨੂੰ ਇੱਕ ਵਾਰ ਜ਼ਰੂਰ ਮੌਕਾ ਦਿੱਤਾ ਜਾਵੇ, ਕਿਉਂਕਿ ਜਨਤਾ ਨੂੰ ਇਸ ਚੀਜ਼ ਦਾ ਯਕੀਨ ਹੋ ਗਿਆ ਕਿ ਜਿਹੜੀਆਂ 72 ਸਾਲ ਤੋਂ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਪੰਜਾਬ ਤੇ ਰਾਜ ਕਰ ਰਹੀਆਂ, ਇਹ ਸਾਨੂੰ ਸੁੱਖ ਸਹੂਲਤਾਂ ਨਹੀਂ ਦੇ ਸਕੀਆਂ। ਸੋ ਇੱਕ ਪਾਸੇ ਪੰਜਾਬ ਦੀ ਜਨਤਾ ਦਿੱਲੀ ਵੱਲ ਵੇਖ ਰਹੀ ਆ ਕਿ ਉੱਥੇ ਇੱਕ ਛੋਟੀ ਜਿਹੀ ਸਟੇਟ ਹੋਣ ਕਰਕੇ, ਟੈਰੀਟਰੀ ਹੋਣ ਕਰਕੇ ਉੱਥੇ ਅਰਵਿੰਦ ਕੇਜਰੀਵਾਲ ਜੀ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਆ ਉਹ ਦੇ ਰਹੇ ਆ। ਹਾਲਾਂਕਿ ਉੱਥੋਂ ਦੀ ਗਵਰਨਰੀ ਬਾਡੀ ਨੇ, ਉਹਨਾਂ ਦੇ ਸੈਂਟਰ ਨੇ ਹੱਥ ਬੱਧੇ ਹੋਏ ਆ, ਪਰ ਫਿਰ ਵੀ ਉਹ ਹਰ ਤਰ੍ਹਾਂ ਦੀ ਸਹੂਲਤ, ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਵਧੀਆ ਐਜੂਕੇਸ਼ਨ, ਹਸਪੀਟਲ ਦੇ ਵਿੱਚ ਵਧੀਆ ਮੈਡੀਕਲ ਫੈਸਿਲਿਟੀ, 25-25 ਹਜ਼ਾਰ ਤੱਕ ਜਿਹੜੇ ਟੈਸਟ ਵਾ ਉੱਥੇ ਗਰੀਬ ਆਮ ਜਨਤਾ ਦੇ ਫ੍ਰੀ ਹੋ ਰਹੇ ਆ। ਸੋ ਮੈਂ ਅਪੀਲ ਕਰਦਾ ਪੰਜਾਬ ਦੀ ਜਨਤਾ ਨੂੰ ਵੀ ਕਿ 2022 ਦੇ ਵਿੱਚ ਸਾਨੂੰ ਇੱਕ ਵਾਰ ਮੌਕਾ ਦਿੱਤਾ ਜਾਏ, ਕਿਉਂਕਿ ਜੋ ਸਾਡੀ ਦੁਰਦਸ਼ਾ ਕਰ ਦਿੱਤੀ ਇਹਨਾਂ ਰਾਜਨੀਤਿਕ ਪਾਰਟੀਆਂ ਤੇ ਕਿਸੇ ਕੋਲੋਂ ਇਹ ਭਲੀ ਭਾਂਤੀ ਇਹ ਲੋਕ ਜਾਣੂ ਹੋ ਗਏ। ਇਹਨਾਂ ਦੀਆਂ ਹੁਣ ਚਾਲਾਂ ਜਿਹੜੀਆਂ ਵਾ ਉਹ ਕਿਸੇ ਤਰੀਕੇ ਨਾਲ ਵੀ ਕਾਮਯਾਬ ਨਹੀਂ ਹੋਣ ਦੇਗੀ ਪੰਜਾਬ ਦੀ ਜਨਤਾ। ਸੋ ਅੱਜ ਜੋ ਸਾਡੇ ਕਿਸਾਨ ਭਰਾ, ਮਜ਼ਦੂਰ ਭਰਾ ਦਿੱਲੀ ਦੇ ਵਿੱਚ ਪਿਛਲੇ 7-8 ਮਹੀਨਿਆਂ ਤੋਂ ਜਿਹੜੇ ਆ ਸੰਘਰਸ਼ ਕਰ ਰਹੇ ਆ, ਇਹ ਸਾਡੀਆਂ ਸਰਕਾਰਾਂ ਜਿਹੜੀਆਂ ਬੀਜੇਪੀ ਸਰਕਾਰ ਨਾਲ, ਦਿੱਲੀ ਦੀ ਸਰਕਾਰਾਂ ਨਾਲ ਰਲੀਆਂ ਹੋਈਆਂ, ਕੋਈ ਫੈਸਲਾ ਨਹੀਂ ਲੈ ਰਹੀਆਂ, ਕੋਈ ਫੈਸਲਾ ਕਰ ਨਹੀਂ ਦੇ ਰਹੀਆਂ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੀ ਜਨਤਾ ਨੂੰ ਇੱਕ ਵਾਰੀ ਫੇਰ ਅਪੀਲ ਕਰਦਾ ਕਿ 2022 ਦੇ ਵਿੱਚ ਇੱਕ ਵਾਰ ਕੇਜਰੀਵਾਲ ਜੀ ਦੀ ਪਾਰਟੀ, ਆਮ ਆਦਮੀ ਪਾਰਟੀ ਨੂੰ ਜ਼ਰੂਰ ਮੌਕਾ ਦਿੱਤਾ ਜਾਵੇ, ਤਾਂ ਜੋ ਜਿਹੜੀਆਂ ਦਿੱਲੀ 'ਚ ਸਾਨੂੰ ਸੁੱਖ ਸਹੂਲਤਾਂ ਸਾਡੇ ਮਿਲ ਰਹੀਆਂ ਲਾਗੇ ਸਾਡੀ ਪੰਜਾਬ ਸਟੇਟ ਨੂੰ ਮਿਲ ਸਕਣ। ਕਿਉਂਕਿ ਅੱਜ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਈਸਟ ਇੰਡੀਆ ਕੰਪਨੀ ਸਾਡੇ ਦੇਸ਼ ਵਿੱਚ ਆਈ ਔਰ ਉਸ ਨੂੰ ਬਾਹਰ ਕੱਢਣ ਵਾਸਤੇ ਸਾਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਕੁਰਬਾਨੀਆਂ ਦੇਣੀਆਂ ਪਈਆਂ। ਪਰ ਅੱਜ ਸਾਡੀ ਜਿਹੜੀ ਆ ਬਦਕਿਸਮਤੀ ਆ ਕਿ ਅਸੀਂ ਉਹਨਾਂ ਹੀ ਦੇਸ਼ਾਂ ਵਿੱਚ, ਇੰਗਲੈਂਡ, ਅਮਰੀਕਾ, ਕੈਨੇਡਾ ਵਿੱਚ 25-25, 30-30 ਲੱਖ ਰੁਪਈਆ ਲਾ ਕੇ ਆਪਣੇ ਬੱਚਿਆਂ ਨੂੰ ਉਹਨਾਂ ਕੋਲ ਗੁਲਾਮੀ ਕਰਨ ਵਾਸਤੇ ਭੇਜ ਰਹੇ ਹਾਂ। ਸੋ ਇਸ ਕਰਕੇ ਮੈਂ ਅਪੀਲ ਕਰਦਾ ਪੰਜਾਬ ਦੀ ਜਨਤਾ ਨੂੰ ਕਿ ਇੱਕ ਵਾਰੀ ਆਮ ਆਦਮੀ ਪਾਰਟੀ ਨੂੰ ਜ਼ਰੂਰ ਮੌਕਾ ਦਿੱਤਾ ਜਾਵੇ। ਤੇ ਹਲਕਾ ਮਜੀਠਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਿੱਥੇ ਇੱਕ ਪਰਿਵਾਰ ਦੀ ਗੱਡੀ ਦੀ ਭੰਨਤੋੜ ਕੀਤੀ ਗਈ। ਇੱਥੇ ਹੀ ਬਸ ਨਹੀਂ, ਔਰਤ ਨੂੰ ਨੰਗਾ ਕਰਕੇ ਉਸਦੇ ਕੱਪੜੇ ਫਾੜਨ ਦੀ ਵੀ ਕੋਸ਼ਿਸ਼ ਕੀਤੀ ਗਈ। ਦਰਅਸਲ ਮਾਮਲਾ ਆਸਟ੍ਰੇਲੀਆ ਨਾਲ ਜੁੜਿਆ ਹੋਇਆ ਹੈ, ਜਿੱਥੇ ਇਸ ਲੜਕੀ ਨੇ ਸਹੁਰੇ ਪਰਿਵਾਰ ਤੇ ਦਹੇਜ ਦੇ ਇਲਜ਼ਾਮ ਲਗਾਏ ਤੇ ਜਾਂਚ ਸਮੇਂ ਜਦੋਂ ਪਰਿਵਾਰ ਮਜੀਠਾ ਪੁਲਿਸ ਸਟੇਸ਼ਨ ਆਇਆ ਤਦ ਇਹ ਹਮਲਾ ਕੀਤਾ ਗਿਆ। ਕਾਰ ਵੀ ਭੰਨਤੋੜ ਕੀਤੀ ਗਈ। ਬਹਰਹਾਲ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਜੀ ਕੀ ਨਾਂ ਤੁਹਾਡਾ? ਮੇਰਾ ਨਾਂ ਜੀ ਕਵਲਜੀਤ ਆ। ਕਵਲਜੀਤ ਜੀ ਕੀ ਹੋਇਆ, ਕਿੱਥੇ ਰਹਿਣ ਵਾਲੇ ਜੀ ਤੁਸੀਂ, ਕੀ ਹੋਇਆ ਤੁਹਾਨੂੰ? ਸਰ ਮੈਂ ਚੰਡੀਗੜ੍ਹ ਮੇਰੀ ਡਿਊਟੀ ਹੈ, ਮੈਂ ਮੋਗੇ ਦੀ ਰਹਿਣ ਵਾਲੀ ਹਾਂ। ਹਾਂ ਤੇ ਸਰ ਅੱਜ NRI ਥਾਣੇ 'ਚੋਂ ਪਹਿਲਾਂ ਸਾਨੂੰ ਫੋਨ ਆਇਆ ਸੀਗਾ, ਉੱਥੋਂ ਅਸੀਂ ਟਾਈਮ ਲੈ ਕੇ ਫਿਰ ਮਜੀਠੇ ਦਾਣਾ ਮੰਡੀ ਡਿਪਟੀ ਸਾਹਿਬ ਦੇ ਦਫ਼ਤਰ ਸਾਨੂੰ ਬੁਲਾਇਆ ਗਿਆ ਸੀਗਾ। ਕਿਸ ਸਬੰਧ ਵਿੱਚ? ਸਰ ਮੇਰੀ ਭਤੀਜੀ ਇੱਥੇ ਵਿਆਹੀ ਸੀ ਨਾਗਕਲਾਂ, ਨੱਥੂ ਸਰਪੰਚ ਸੁਖਵੰਤ ਸਿੰਘ ਕਹਿੰਦੇ ਆ ਉਹਨਾਂ ਦੇ ਘਰੇ, ਤੇ ਜੀ ਅੱਜ
ਉਹ ਵੀ ਪਾਰਟੀ ਉੱਥੇ ਆਈ ਹੋਈ ਸੀਗੀ ਤੇ ਸਰ ਉਹਨਾਂ ਤੋਂ ਅਸੀਂ ਟਾਈਮ ਲਿਆ ਸੀ ਕਿ ਅਸੀਂ 24 ਤਰੀਕ ਨੂੰ ਦੁਬਾਰਾ ਆਵਾਂਗੇ ਤੇ ਉਹਨਾਂ ਨੇ ਕਿਹਾ ਚਲੋ ਠੀਕ ਹੈ। ਉਹਨਾਂ ਨੇ ਸਾਨੂੰ ਚਾਹ ਪਾਣੀ ਪਿਆਇਆ ਤੇ ਉਸ ਤੋਂ ਬਾਅਦ ਬਾਹਰ ਜਦੋਂ ਮੈਂ ਦੇਖਿਆ ਬਾਹਰ ਕਾਫੀ ਬੰਦੇ ਆਏ ਹੋਏ ਸੀਗੇ ਤੇ ਮੈਂ ਇਹਨਾਂ ਨੂੰ ਇਹ ਕਿਹਾ ਕਿ ਸਰ ਬਾਹਰ ਬੰਦੇ ਆਏ ਹੋਏ ਆ, ਕੋਈ ਹੰਗਾਮਾ ਨਾ ਹੈ ਕਰਨਾ। ਉਹ ਡਿਪਟੀ ਸਾਹਿਬ ਦਾ ਰੀਡਰ ਕਹਿੰਦਾ ਨਹੀਂ ਮੈਡਮ ਇਹੋ ਜਿਹੀ ਕੋਈ ਗੱਲ ਨਹੀਂ। ਮੈਂ ਫਿਰ ਬਾਰ-ਬਾਰ ਉਹਨਾਂ ਨੂੰ ਕਿਹਾ ਕਿ ਸਰ ਇਹ ਬੰਦਿਆਂ ਨੂੰ ਮੈਂ ਜਾਣਦੀ ਆ, ਇਹ ਇਹੋ ਜਿਹੇ ਬੰਦੇ ਆ, ਇਹ ਕੁਛ ਨਾ ਕੁਛ ਕਰਨਗੇ, ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ। ਉਸ ਤੋਂ ਬਾਅਦ ਅਸੀਂ ਥੋੜਾ ਹੀ ਬਾਹਰ ਆਏ ਆ। ਸੁਖਵੰਤ ਸਿੰਘ ਸਰਪੰਚ, ਉਹਨਾਂ ਦਾ ਭਰਾ ਕੁਲਵੰਤ, ਉਹਨਾਂ ਦੀ ਬੁੜੀ ਜਿਹੜੀ ਸਾਡੀ ਕੁੜੀ ਦੀ ਸੱਸ, ਉਹ ਤੇ ਇਹਨਾਂ ਦੇ ਨਾਲ ਘੱਟੋ ਘੱਟ 25 ਜਣੇ ਹੋਰ ਸੀਗੇ ਤੇ ਉਹਨਾਂ ਨੇ ਮੇਰੇ ਭਤੀਜੇ ਨੂੰ ਇੰਨਾ ਕੁੱਟਿਆ, ਗੱਡੀ ਦੇ ਸ਼ੀਸ਼ੇ ਤੋੜਤੇ, ਗੱਡੀ ਤੋੜਤੀ ਆ, ਮੇਰਾ ਭਰਾ ਪਿਆ ਪਿੱਛੇ, ਇੰਨਾ ਕੁ ਤੋੜਿਆ ਨਾ ਕਿ ਉਹ ਤੇ ਸ਼ਰੇਆਮ ਇਹ ਗੱਲ ਕਹਿੰਦੇ ਮਜੀਠਾ ਸਾਡਾ, ਮਜੀਠੇ ਦੀ ਪੁਲਿਸ ਸਾਡੀ ਜੇਬ 'ਚ ਆ, ਤੁਸੀਂ ਇੱਥੇ ਆਏ ਤੇ ਜਿੰਦਾ ਨਹੀਂ ਜਾਓਗੇ। ਜਿਹੜੀਆਂ ਧਮਕੀਆਂ ਸਰ ਉਹ ਦਿੰਦੇ ਸੀ ਸਾਨੂੰ, ਉਹ ਅੱਜ ਉਹਨਾਂ ਨੇ ਕਰ ਦਿਖਾਈਆਂ। ਮੈਂ ਅੰਮ੍ਰਿਤਸਰ ਐਸਐਸਪੀ ਤੋਂ ਇਹੀ ਮੰਗ ਕਰਦੀ ਆ ਕਿ ਸਾਨੂੰ ਇਨਸਾਫ ਦਿਵਾਇਆ। ਜੇ ਉਹਨਾਂ ਦੀ ਜੇਬ 'ਚ ਆ ਫਿਰ ਤਾਂ ਇਨਸਾਫ ਮਿਲਣਾ ਹੀ ਨਹੀਂਗਾ। ਪੁਲਿਸ ਤੇ ਡਿਪਟੀ ਦੇ ਦਫ਼ਤਰ ਤੋਂ ਕਿੰਨੀ ਕੀ ਦੂਰੀ ਦੇ ਵਿੱਚ? ਸਰ ਡਿਪਟੀ ਦੀ ਦਫ਼ਤਰ ਤੋਂ ਸਿਰਫ 5 ਮਿੰਟ ਦਾ ਰਸਤਾ, ਜਿੱਥੇ ਸਿਰਫ ਮਾਰਕੁੱਟ ਹੋਈ। 5 ਮਿੰਟ ਤੋਂ ਵੀ ਘੱਟ ਹੋਣਗੇ, 4 ਮਿੰਟ ਦਾ ਲਾ। ਪੁਲਿਸ ਨਹੀਂ ਪਹੁੰਚੀ ਸੀ? ਕੋਈ ਪੁਲਿਸ ਨਹੀਂ ਪਹੁੰਚੀ, ਜਦ ਕਿ ਪੁਲਿਸ ਨੂੰ ਬਾਰ-ਬਾਰ ਉਹਨਾਂ ਨੂੰ ਕਿਹਾ ਗਿਆ ਸੀ, ਕੋਈ ਪੁਲਿਸ ਨਹੀਂ ਉੱਥੇ ਪਹੁੰਚੀ ਜੀ। ਤਰਨਤਾਰਨ ਨੇੜੇ ਪ੍ਰਣਗੇਨ ਵਿਭਾਗ ਦੇ ਗੋਦਾਮ ਵਿਖੇ ਬੀਤੀ ਰਾਤ ਸਿਕਿਉਰਿਟੀ ਗਾਰਡ ਦੀ ਕਥਿਤ ਮਿਲੀ ਭੁਗਤ ਨਾਲ ਕਣਕ ਚੋਰੀ ਕਰਨ ਦੀ ਸ਼ਿਕਾਇਤ ਸਾਹਮਣੇ ਆਈ ਹੈ। ਫਿਰ ਪੁਲਿਸ ਨੇ ਨਾਕੇਬੰਦੀ ਕਰਨ ਦੌਰਾਨ ਬੋਲੈਰੋ ਕਾਰ ਕਣਕ ਨਾਲ ਭਰੀ ਹੋਈ ਬਰਾਮਦ ਕੀਤੀ। ਪੁਲਿਸ ਚੌਂਕੀ ਇੰਚਾਰਜ ਬਲਦੇਵ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਨਾਕੇਬੰਦੀ ਕਰ ਦਿੱਤੀ ਸੀ। ਬਹਰਹਾਲ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਨਗਰੇਡ ਦਾ ਇੰਸਪੈਕਟਰ ਆ ਜਿਹੜੇ BST ਲੋਕਨਾਮ, ਉਹ ਆਂਦਾ ਮੇਰੀ ਦੇਖ ਰੇਖ ਦੇ ਵਿੱਚ ਇੱਥੇ ਮੈਨੂੰ ਪਤਾ ਲੱਗਾ ਵੀ ਚੋਰੀ ਹੋਈ ਆ ਤੇ ਉਹਨੇ ਕੰਪਲੇਂਟ ਕੀਤੀ ਸਾਡੇ ਕੋਲ। ਅਸੀਂ ਉਹਦੀ ਕੰਪਲੇਂਟ ਤੇ FIR ਦਰਜ ਕਰਤੀ ਆ ਅਣਪਛਾਤੇ ਬੰਦਿਆਂ ਵਾਲਾ। ਇੱਕ ਹਰਿੰਦਰ ਸਿੰਘ ਆ ਜਿਹਦੀ ਇੱਕ ਜਿਹੜੇ BST ਲੋ ਜਿੰਨਾ ਮਾਲ ਲੱਗਾ ਹੈ ਨਾ ਉਹ ਅਰਗੋ ਕੰਪਨੀ ਆ ਕੋਈ ਪ੍ਰਾਈਵੇਟ, ਜਿਹੜੀ ਤੇ ਉਹਨੇ ਸਿਕਿਉਰਿਟੀ ਗਾਰਡ ਵੀ ਆਪਣੇ ਤੇ ਜਿਹੜਾ ਮਾਲ ਅੰਦਰ ਲੱਗਾ ਉਹ ਵੀ ਦੇਖ ਰੇਖ ਲਈ ਆਪਣੇ ਆਪ ਦੇ ਉਹਨੇ ਪ੍ਰਾਈਵੇਟ ਬੰਦੇ ਰੱਖੇ ਹੋਏ ਆ। ਉਹਦੇ ਵਿੱਚ ਹਰਿੰਦਰ ਸਿੰਘ ਆ ਜਿਹਦੇ ਕੋਲ ਇੰਚਾਰਜ ਆ ਜਿਹੜਾ ਗ੍ਰਾਮ ਦਾ, ਉਹਨਾਂ ਉਹਦੇ ਬਰਖਲਾਫ ਦਰਖਾਸਤ ਦਿੱਤੀ ਵੀ ਚੋਰੀ ਕੀਤੀ ਹੈ ਇਹਨਾਂ, ਜਿਹੜੇ ਵਿੱਚ ਅਸੀਂ ਚੋਰੀ ਦੀ ਕੰਪਲੇਂਟ ਲਿਖ ਕੇ ਅਚਾਨਕ ਨਾਕਾ ਲਾਇਆ ਸੀ ਰੇਲਵੇ ਬ੍ਰਿਜਪੁਰ ਬੁਰਜੀ, ਉੱਥੇ ਗੱਡੀ ਰੋਕੀ ਹੈ। ਇੱਕ ਗੱਡੀ ਰੁਕਣ ਦਾ ਇਸ਼ਾਰਾ ਕੀਤਾ, ਉਹਨੇ ਰੋਕ ਲਈ ਆ, ਜਿਹਦੇ ਵਿੱਚੋਂ ਡਰਾਈਵਰ ਮੌਕੇ ਤੋਂ ਉਤਰ ਕੇ ਭੱਜ ਗਿਆ। 2 ਅਸੀਂ ਕਾਬੂ ਕੀਤੇ, ਜਿਨ੍ਹਾਂ ਪੁੱਛਗਿੱਛ ਕੀਤੀ ਵੀ ਉਹਨਾਂ 35 ਤੋੜੇ ਕਣਕ ਦੇ ਕਿੱਥੋਂ ਲਿਆਂਦੇ, ਉਹਦੇ ਅਸੀਂ ਇੱਕ ਨਾਮ ਤੋਂ ਚੋਰੀ ਕੀਤੀ ਹੈ। ਕੀ ਕਾਰਵਾਈ ਕੀਤੀ ਜਾ ਰਹੀ? ਬਸ ਮੁਕੱਦਮਾ ਹਾਲ ਦੀ ਘੜੀ ਉਹਨਾਂ ਤੇ ਕਣਕ ਚੋਰੀ ਕੀਤੀ ਹੈ, ਬੰਦੇ 2 ਅਸੀਂ ਫੜ ਲਏ ਆ, ਫਿਰ ਵੀ ਤਫਤੀਸ਼ ਜਾਰੀ ਹੈ। ਕੋਈ ਪੁਲਿਸ ਮਾੜਾ ਕੀਤਾ ਜਾ ਰਿਹਾ? ਹਾਂਜੀ ਪੁਲਿਸ ਰਿਮਾਂਡ ਲੈ ਰਿਹਾ ਜੀ। ਕਿੰਨੇ ਦਿਨ ਦਾ ਮਿਲਿਆ? ਬਾਈ 1 ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਹੋਰ ਵੀ ਆਸਾ ਕੋਈ ਬਰਾਮਦ ਹੋਣੀ? ਹਾਂ ਉਸ ਵੀ ਦੇਖੋ ਜੀ, ਹੁਣ ਇਹਨਾਂ ਦੀ ਪੁੱਛਗਿੱਛ ਤੇ ਵੇਖਦੇ ਹਾਂ ਕੀ ਹੁਣ ਗਾਂ ਟ੍ਰੇਸ ਹੁੰਦਾ ਕੰਮ ਜੀ। ਨਾਭਾ ਦੀ ਨਰਾਤਾ ਕਲੋਨੀ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਉਮਰ ਮਹਿਜ਼ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਇਸ ਮ੍ਰਿਤਕ ਵਿਅਕਤੀ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਮ੍ਰਿਤਕ ਵਿਅਕਤੀ ਦੀ ਖੇਤਾਂ ਵਿੱਚ ਲਾਸ਼ ਕਿਵੇਂ ਆਈ, ਇਹ ਪੁਲਿਸ ਲਈ ਇੱਕ ਪਹੇਲੀ ਬਣੀ ਹੋਈ ਹੈ। ਪੁਲਿਸ ਵੱਲੋਂ ਇਸ ਨੂੰ ਸੁਲਝਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਦੇਖਿਆ ਵੀ ਕੀ ਹੋਇਆ ਵੀ ਸਵੇਰੇ 5 ਵਜੇ ਅਸੀਂ ਮੰਡੀ ਲੰਘੇ ਨਾ ਸਬਜ਼ੀ ਮੰਡੀ ਤੇ ਗੱਲੋਂ ਬੱਚਿਆਂ ਨੇ ਦੇਖਿਆ, ਫਿਰ ਮੰਡੀ 'ਚ ਆ ਕੇ ਦੇਖਿਆ ਜੀ। ਤੁਸੀਂ ਖੇਤ ਤੁਹਾਡੇ ਖੇਤ 'ਚ ਤੋਰਾ ਫੇਰਾ ਤਾਂ ਹੋਣਾ, ਤੁਹਾਨੂੰ ਪਤਾ ਲੱਗਿਆ ਵੀ ਕਿਸ ਟਾਈਮ ਇਹ? ਨਾ ਜੀ ਨਾ, ਸਾਨੂੰ ਨਹੀਂ ਪਤਾ ਲੱਗਿਆ। ਉਹ ਮਤਲਬ 8-9 ਵਜੇ ਤੱਕ ਤਾਂ ਅਸੀਂ ਗੇੜਾ ਗੂੜਾ ਮਾਰਦੇ ਹਾਂ ਤੇ ਫਿਰ ਪੈ ਪੂ ਜਾਂਦੇ, ਦਿਨ 'ਚ ਥੱਕੇ ਥੁੱਕੇ ਹੁੰਦੇ, ਫਿਰ ਮੁੜ ਕੇ ਨਹੀਂ ਪਤਾ। ਸਵੇਰੇ ਮੰਡੀ ਲੰਘ ਜਾਂਦੇ 5 ਵਜੇ, ਫਿਰ ਉੱਥੋਂ ਬੱਚਿਆਂ ਨੇ ਫੋਨ ਕੀਤਾ ਵੀ ਐਂ ਕਰਕੇ ਆਏ ਜਵਾਕਾਂ ਨੇ ਮਹੱਲੇ ਦੇ ਆ ਉਰੇ। ਸਭ ਤੋਂ ਪਹਿਲਾਂ ਕਿਹਨੇ ਦੇਖਿਆ? ਉਰੇ ਬੱਚਿਆਂ ਨੇ ਦੇਖਿਆ ਜੀ, ਮਹੱਲੇ ਦੇ ਨੇ। ਅੱਛਾ, ਉਹਨਾਂ ਨੇ ਕਿਹਨੂੰ ਫੋਨ ਕਰਿਆ? ਉਹਨਾਂ ਨੇ ਤਾਂ ਆਪਦੇ ਮਾਪਿਆਂ ਨੂੰ ਦੱਸਿਆ ਉਰੇ, ਫਿਰ ਇਹਨਾਂ ਨੇ ਕਹਾ, ਫਿਰ ਸਾਨੂੰ ਫੋਨ ਕੀਤਾ, ਫਿਰ ਉੱਥੋਂ ਆਏ ਅਸੀਂ ਮੰਡੀ ਕਾ ਕੇ। ਕਿਵੇਂ ਲੱਗਦਾ, ਕਿਵੇਂ ਕਿਸ ਤਰ੍ਹਾਂ? ਨਹੀਂ ਹੁਣ ਇਹਦੇ ਬਾਰੇ ਤਾਂ ਇਹ ਮਤਲਬ ਕੁਝ ਨਹੀਂ ਕਹਿ ਸਕਦੇ ਵੀ ਕਿਵੇਂ ਬੰਦਾ ਹੈ ਨਹੀਂ ਜੀ, ਆਪਣੇ ਏਰੀਆ ਦੇ ਨਹੀਂ ਹੈਗਾ। ਅੱਛਾ, ਪਹਿਚਾਣ ਨਹੀਂ ਹੋਈ ਇਸ ਬੰਦੇ? ਨਾ ਜੀ। ਕਦੇ ਦੇਖਿਆ ਹੋਵੇ? ਨਾ ਜੀ। ਬਿਨਾਂ ਕੱਪੜਿਆਂ ਤੋਂ ਕਿਵੇਂ ਆਇਆ? ਕੋਈ ਕੱਪੜਿਆਂ ਤੋਂ ਬਿਨਾਂ ਸੀਗਾ ਇਹ ਕਿ ਉੱਪਰ ਲੋਈ ਪਾਈ ਹੋਈ ਤੀ ਜੀ ਜਦੋਂ ਦੇਖਿਆ ਸੀ ਆ ਕੇ। ਅੱਛਾ, ਲੋਈ ਪਾਈ ਹੋਈ? ਹਾਂ, ਜਿਵੇਂ ਹੁਣ ਮਤਲਬ ਅੱਧੇ ਕਿਤੇ ਲੋਈ ਤੀ, ਐਂ ਦੇਖਿਆ, ਐਂ ਬੱਚਿਆਂ ਨੇ ਦੇਖਿਆ। ਹੋਰ ਕੀ ਮਾਮਲਾ ਹੈ ਜਿਹੜੀ ਇੱਥੇ ਡੈੱਡ ਬੋਡੀ? ਸਰ ਸਾਨੂੰ ਅੱਜ ਇਤਲਾਹ ਮਿਲੀ ਸੀ ਵੀ ਨਰਾਤਾ ਕਲੋਨੀ ਵਿੱਚ ਡੈੱਡ ਬੋਡੀ ਪਈ ਆ, ਅਨਨੋਨ ਡੈੱਡ ਬੋਡੀ ਹੈ। ਤੇ ਹੁਣ ਸਾਡੇ ਸੀਨੀਅਰ ਅਫਸਰ ਡਿਪਟੀ ਸਾਹਿਬ ਵੀ ਮੌਕਾ ਦੇਖ ਕੇ, ਸਾਰੇ ਅਫਸਰ ਮੌਕਾ ਦੇ ਗਏ। ਹੁਣ ਅਸੀਂ ਇਹਨੂੰ ਹਸਪੀਟਲ ਲੈ ਕੇ ਚੱਲੇ ਹਾਂ। ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਤਫਤੀਸ਼ ਹੋਊਗੀ ਉਹ ਅਮਲ 'ਚ ਲਿਆਂਦੀ ਹੈ। ਕਿਸ ਤਰ੍ਹਾਂ ਦੀ ਕੰਡੀਸ਼ਨ ਆ ਜਿਹੜੀ ਡੈਡ ਬੋਡੀ ਦੀ? ਇਹ ਸਾਰੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਹਾਲੇ, ਇਹ ਤਾਂ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੂਗਾ। ਕੋਈ ਸੱਟ ਵੇਟ ਲੱਗੀ ਹੋਈ ਹੈ ਬੋਡੀ ਤੇ? ਕੋਈ ਲੱਗਿਆ ਨਹੀਂ, ਸੱਟ ਫੇਟ ਕੋਈ ਨਹੀਂ ਲੱਗ ਰਹੀ ਹਾਲੇ, ਫਿਲਹਾਲ ਕੋਈ ਨਹੀਂ ਲੱਗ ਰਹੀ। ਪਹਿਚਾਣ ਹੋ ਪਾਈ ਹੈ? ਨਹੀਂ, ਪਹਿਚਾਣ ਕੋਈ ਨਹੀਂ ਹੋਈ ਹਾਲੇ। ਪੂਰੇ ਕਿਵੇਂ ਆਇਆ, ਕੁਝ ਪਤਾ ਲੱਗਿਆ? ਇਹ ਸਾਰਾ ਹਾਲੇ ਕੁਝ ਨਹੀਂ ਪਤਾ ਲੱਗ ਰਿਹਾ, ਤਫਤੀਸ਼ ਜਾਰੀ ਹੈ। ਜਦੋਂ ਵੀ ਹੁੰਦਾ ਤਾਂ ਦੱਸਿਆ ਜਾਊਗਾ ਤੁਹਾਨੂੰ। ਬਰੋਡ ਡੈਡ ਸੀਗਾ? ਬਰੋਡ ਡੈਡ ਮਿਲਿਆ ਸਾਨੂੰ।
ਕੀ ਕਾਰਵਾਈ ਕੀਤੀ ਜਾ ਰਹੀ ਕਾਰਵਾਈ ਇਹਦੀ ਅਮਲ ਚ ਲਿਆਉਂਦੇ ਜੀ, ਹੁਣ ਹਸਪੀਟਲ ਲੈ ਕੇ ਚੱਲੇ ਜੀ ਉੱਥੇ ਕਿੰਨੀ ਦਾ ਪੋਸਟਮਾਰਟਮ ਕਰਵਾਉਣੇ। ਦੋਸਤੋ ਇਹ ਸਨ ਅੱਜ ਦੀਆਂ ਖਾਸ ਖਬਰਾਂ। ਕੱਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।